ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ, ਨੀ ਮੈਂ ਫੇਰ ਤਾਰੀ ਲਾऊं ਸਿਵਿਆਂ 'ਚ ਸੜ ਕੇ, ਨੀ ਮੈਂ ਕੁੱਜੇ ਵਿੱਚ ਆਵਾਂਗਾ ਸਵਾਹ ਬਣ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਦਾ ਸਵਾਗਤ ਕਰਦੇ ਹਾਂ ਜੀ। ਪੁਰਾਣੇ ਬਜ਼ੁਰਗਾਂ ਦੇ ਵਿੱਚ ਇੱਕ ਗੱਲ ਚੱਲਦੀ ਹੁੰਦੀ ਸੀ ਕਿ ਗੱਲ 91 ਜਾਂ 92 ਦੀ ਹੋਣੀ ਆ, ਜਿਹਦੇ 'ਤੇ ਇੱਕ ਗੀਤ ਵੀ ਬਣਿਆ, ਪਰ ਗੀਤ ਅੱਜ ਦੇ ਗਾਇਕਾਂ ਵੱਲੋਂ ਗਾਇਆ ਗਿਆ। ਜੇ ਉਹਦੇ ਵਿੱਚ ਕੋਈ ਗੱਲ 91 ਜਾਂ 92 ਦੀ ਕੀਤੀ ਜਾਂਦੀ ਤਾਂ ਹੋ ਸਕਦਾ ਕਿ ਅੱਜ ਦੀ ਨੌਜਵਾਨੀ ਨੂੰ ਗੱਲ 91 ਜਾਂ 92 ਦੀ ਬਾਰੇ ਦੱਸਿਆ ਜਾਂਦਾ। ਸੋ ਗੱਲ 91 ਜਾਂ 92 ਦੀ ਕਰਦੇ ਹਾਂ। ਜਿਸ ਟਾਈਮ ਆਪ ਜੀ ਨੂੰ ਪਤਾ ਹੀ ਹੈ ਕਿ ਪੁਰਾਣੇ ਬਜ਼ੁਰਗ ਜਿਹੜੇ ਹੈਗੇ ਸੀ ਉਹ ਕਾਲੇ ਦੌਰ ਦੇ ਨਾਮ ਨਾਲ ਜਾਣਦੇ ਸੀ। ਕਾਲਾ ਦੌਰ ਪੰਜਾਬ ਦੇ ਲਈ ਉਹ ਕੁਛ ਸਾਲ ਇੱਦਾਂ ਦੇ ਆਏ ਕਿ ਪੰਜਾਬ ਦੇ ਵਿੱਚੋਂ ਨੌਜਵਾਨਾਂ ਨੂੰ ਤਸੀਹੇ ਦੇ ਕੇ ਇੱਥੋਂ ਸ਼ਹੀਦ ਕੀਤਾ ਜਾਂਦਾ ਸੀ। ਸ਼ਹੀਦ ਕਰਨ ਦਾ ਇੱਕ ਤਰੀਕਾ ਸੀ ਕਿ ਘਰੋਂ ਚੁੱਕ ਕੇ ਬੇਦੋਸ਼ਿਆਂ ਨੂੰ ਮਾਰ ਦਿੱਤਾ ਜਾਂਦਾ ਸੀ, ਜਿਹਦੇ ਵਿੱਚ ਸ਼ਹੀਦੀ ਇੱਕ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੇ ਸਾਰੇ ਇਹਨਾਂ ਸ਼ਹੀਦਾਂ ਨੂੰ ਇਕੱਠਿਆਂ ਕੀਤਾ ਕਿ ਕਿੰਨੇ ਲੱਖ ਜਿਹੜੇ ਨੌਜਵਾਨ ਨੇ ਉਹ ਪੰਜਾਬ ਦੇ ਵਿੱਚੋਂ ਸ਼ਹੀਦ ਹੋਏ ਨੇ। ਉਹਨਾਂ ਸਾਰੇ ਨੌਜਵਾਨਾਂ ਦਾ ਜਦੋਂ ਰਿਕਾਰਡ ਕੱਢ ਕੇ ਸਾਹਮਣੇ ਆਉਂਦਾ ਤਾਂ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਉਸੇ ਦੌਰ ਦੇ ਵਿੱਚੋਂ, ਕਾਲੇ ਦੌਰ ਦੇ ਵਿੱਚੋਂ ਇੱਕ ਹਰਜੀਤ ਸਿੰਘ ਸ਼ਹੀਦ ਹੋਏ ਨੇ, ਜਿਨ੍ਹਾਂ ਨੂੰ ਘਰੋਂ ਚੁੱਕ ਕੇ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀ। ਪਿੰਡ ਸਹਾਰਨ ਮਾਜਰਾ, ਜ਼ਿਲ੍ਹਾ ਲੁਧਿਆਣਾ ਦਾ ਹਰਜੀਤ ਸਿੰਘ ਜਿਹੜਾ ਸੀ ਉਹ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਜਾਂ ਪੁਲਿਸ ਸਰਕਾਰਾਂ ਦੀ ਭੇਟ ਚੜ੍ਹ ਗਿਆ, ਜਿਹੜੇ ਆਪਣੇ ਉਸ ਟਾਈਮ ਨੂੰ ਪੁਰਾਣੇ ਬੇਦੋਸ਼ੇ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਆਪਣੇ ਮੈਡਲ ਲੈਣ ਲਈ ਸ਼ਹੀਦ ਕਰ ਦਿੰਦੇ ਸੀ। ਸੋ ਹਰਜੀਤ ਸਿੰਘ ਦੇ ਅੱਜ ਅਸੀਂ ਪਿੰਡ ਪਹੁੰਚੇ ਹੋਏ ਹਾਂ, ਪਿੰਡ ਸਹਾਰਨ ਮਾਜਰਾ। ਸਹਾਰਨ ਮਾਜਰਾ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ, ਜਿਹੜਾ ਕਿ ਮਲੌਤ ਦੇ ਨੇੜੇ ਅਤੇ ਅਹਿਮਦਗੜ੍ਹ ਮੰਡੀ ਤੋਂ ਵੀ ਥੋੜ੍ਹਾ ਜਿਹਾ ਨੇੜੇ ਰਹਿ ਜਾਂਦਾ ਹੈਗਾ। ਅੱਜ ਅਸੀਂ ਉਸੇ ਪਿੰਡ ਪਹੁੰਚੇ ਹਾਂ, ਉਹਨਾਂ ਦੇ ਘਰ ਪਹੁੰਚੇ ਹਾਂ ਕਿ ਘਰ ਦੇ ਹਾਲਾਤ ਕੀ ਨੇ। ਜਿੱਥੋਂ ਤੱਕ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਘਰ ਹੁਣ ਕਾਂ ਵੀ ਨਹੀਂ ਬੋਲਦੇ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਕਾਂ ਕਿਸੇ ਇੱਕ ਸੁਨੇਹੇ ਦਾ ਰੂਪ ਹੁੰਦਾ ਕਿ ਕਿਸੇ ਮਹਿਮਾਨ ਨੇ ਆਉਣਾ ਹੁੰਦਾ। ਅੱਜ ਉਹ ਕਾਂ ਵੀ ਨਹੀਂ ਬੋਲ ਰਹੇ ਕਿ ਇਸ ਘਰ ਦੇ ਵਿੱਚ ਕੋਈ ਮਹਿਮਾਨ ਆਊਗਾ। ਸੋ ਅੱਜ ਅਸੀਂ ਉਸੇ ਪਿੰਡ ਪਹੁੰਚੇ ਹੋਏ ਹਾਂ ਅਤੇ ਕਰਾਂਗੇ ਗੱਲਬਾਤ। ਜੇ ਕੋਈ ਹੋ ਸਕਿਆ ਘਰ ਮਿਲਿਆ ਤਾਂ ਘਰ ਕਰਾਂਗੇ, ਨਹੀਂ ਤਾਂ ਜਿਹੜੇ ਉੱਥੇ ਪਿੰਡ ਦੇ ਬਜ਼ੁਰਗ ਨੇ ਜਾਂ ਪਿੰਡ ਦੇ ਸਰਪੰਚ ਨੇ ਕੋਈ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਗਾ ਕਿ ਹਰਜੀਤ ਸਿੰਘ ਨਾਲ ਹੋਇਆ ਕੀ ਸੀ। ਹਰਜੀਤ ਸਿੰਘ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਹੋਰ ਦੇਵਾਂ ਕਿ ਪਿਛਲੇ ਦਿਨੀ ਇੱਕ ਖਬਰ ਆਈ ਆ, ਜਿਹਦੇ ਵਿੱਚ ਪੰਜਾਬ ਸਰਕਾਰ, DGP ਅਤੇ ਪੰਜਾਬ ਦੇ ਰਾਜਪਾਲ ਵੱਲੋਂ ਜਿਹੜਾ ਹੈਗਾ ਉਹਨਾਂ 4 ਨੌਜਵਾਨਾਂ ਨੂੰ ਜਿਹੜੇ ਹਰਜੀਤ ਸਿੰਘ ਦੇ ਕੇਸ ਦੇ ਵਿੱਚ ਦੋਸ਼ੀ ਪਾਏ ਗਏ ਸੀ, CBI ਅਦਾਲਤ ਵੱਲੋਂ ਜਿਹੜਾ ਹੈਗਾ ਸੀ, CBI ਦੇ ਵੱਲੋਂ ਦੋਸ਼ੀ ਪਾਏ ਗਏ ਸੀ, ਉਹਨਾਂ ਨੂੰ ਮਾफ़ ਕਰ ਦਿੱਤਾ ਗਿਆ ਗਾ। ਸੋ ਆਓ ਚੱਲਦੇ ਹਾਂ ਪਿੰਡ ਅਤੇ ਕਰਦੇ ਹਾਂ ਗੱਲਬਾਤ ਇੱਥੋਂ ਦੇ ਜਿਹੜੇ ਪਿੰਡ ਦੇ ਸਰਪੰਚ ਜਾਂ ਉਹਨਾਂ ਦੇ ਘਰ ਜੋ ਵੀ ਕੋਈ ਮਿਲਦਾ। ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ, ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ, ਨੀ ਮੈਂ ਫੇਰ ਤਾਰੀ ਲਾऊं ਸਿਵਿਆਂ 'ਚ ਸੜ ਕੇ, ਨੀ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ, ਨੀ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ। ਸਿੱਖ ਚੈਨਲ ਦੀਆਂ ਸੰਗਤਾਂ ਦੇਖ ਰਹੀਆਂ ਸੀ, ਜਿੱਦਾਂ ਅਸੀਂ ਅੱਜ ਪਹੁੰਚੇ ਹੋਏ ਹਾਂ ਹਰਜੀਤ ਸਿੰਘ ਦੇ ਘਰ। ਹਰਜੀਤ ਸਿੰਘ ਉਹ ਜਿਹਨੂੰ 1993 ਦੇ ਵਿੱਚ ਪੰਜਾਬ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ।
ਉਸ ਟਾਈਮ ਲੱਖਾਂ ਹੀ ਨੌਜਵਾਨ ਜਿਹੜੇ ਹੈਗੇ ਸੀ ਪੰਜਾਬ ਪੁਲਿਸ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਵਿਦੋਸ਼ੀਆਂ ਨੂੰ ਜਿਹੜਾ ਸੀ ਝੂਠੇ ਪੁਲਿਸ ਮੁਕਾਬਲੇ ਕਰਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹੋਏ ਹਾਂ। ਘਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ। ਘਰ ਦਾ ਹਾਲਾਤ ਤੁਸੀਂ ਦੇਖਦੇ ਹੋ ਬਹੁਤ ਹੀ ਚੰਗੇ ਨਹੀਂ ਹੈਗੇ ਤੇ ਹੁਣ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਨੇ ਉਹੀ ਰਹਿੰਦੇ ਨੇ, ਮਾਤਾ ਜੀ ਉਹਨਾਂ ਨੇ ਉਹਨਾਂ ਦੇ ਸਵਰਗਵਾਸ ਹੋ ਗਏ ਨੇ ਤੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਬਹੁਤ ਮਾੜੇ ਨੇ। ਜਿਹੜੇ ਰੁੱਖ ਹਰੇ ਭਰੇ ਪਏ ਨੇ, ਰੁੱਖ ਹਲੇ ਵੀ ਵੇਟ ਕਰ ਰਹੇ ਆ ਕਿ ਜਿਸ ਤਰ੍ਹਾਂ ਅਸੀਂ ਹਰੇ ਭਰੇ ਹਾਂ ਉਸੇ ਤਰ੍ਹਾਂ ਹੀ ਜਿਹੜੇ ਇਹ ਘਰ ਵੀ ਹਰੇ ਭਰੇ ਰਹਿੰਦੇ ਤਾਂ ਅੱਜ ਹਰਜੀਤ ਸਿੰਘ ਆ ਜੇ ਇਸ ਦੁਨੀਆ ਦੇ ਵਿੱਚ ਹੁੰਦਾ ਤੇ ਹਰਜੀਤ ਸਿੰਘ ਦੇ ਵੀ ਜਿਹੜੇ ਬੱਚੇ ਕਿਤੇ ਨਾ ਕਿਤੇ ਖੇਡ ਰਹੇ ਹੁੰਦੇ ਇਸ ਵਿਹੜੇ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਇਹ ਉਹੀ ਵਿਹੜਾ ਹੈਗਾ ਜਿੱਥੇ ਹਰਜੀਤ ਸਿੰਘ ਰਹਿੰਦਾ ਹੁੰਦਾ ਸੀ ਤੇ ਇੱਥੋਂ ਹੀ ਜਿਹੜੇ ਹੈਗੇ ਸੀ ਉਹ ਆਪਣੇ ਘਰ ਦੇ ਕੰਮਕਾਰ ਕਰਦੇ ਸੀ। ਘਰ ਦੇ ਵਿੱਚ ਖੁਸ਼ੀ ਜਿਹੜੇ ਹੈਗੇ ਸੀ ਸਾਰਾ ਪਰਿਵਾਰ ਰਹਿ ਰਿਹਾ ਸੀ। ਉਹਨਾਂ ਦੇ ਬ੍ਰਦਰ ਦੀ ਜਿਹੜੀ ਹੈਗੀ ਸੀ ਜਿਹੜੇ ਉਹਨਾਂ ਦੇ ਭਰਾ ਸੀ ਵੱਡੇ ਭਰਾ ਤਾਂ ਉਹਨਾਂ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਤੇ ਜਿਹੜੇ ਹੁਣ ਤੁਸੀਂ ਹਾਲਾਤ ਦੇਖ ਸਕਦੇ ਹੋ ਘਰ ਦੇ ਬਹੁਤ ਮਾੜੇ ਹਾਲਾਤ ਨੇ। ਉਹਨਾਂ ਦੇ ਪਿਤਾ ਜੀ ਵੀ ਹੁਣ ਇੱਥੇ ਨਹੀਂ ਰਹਿੰਦੇ ਤਾਂ ਕਿ ਕਿਉਂਕਿ ਉਹ ਪਰਿਵਾਰ ਦੇ ਵਿੱਚ ਇਕੱਲੇ ਹੀ ਰਹਿ ਗਏ ਸੀ ਤੇ ਇਕੱਲੇ ਰਹਿਣ ਦੇ ਕਾਰਨ ਉਹਨਾਂ ਨੂੰ ਕੋਈ ਸੰਭਾਲਣ ਵਾਲਾ ਘਰ ਦੇ ਵਿੱਚ ਹੈਗੇ ਨਹੀਂ ਸੀ ਤੇ ਫਿਰ ਉਹ ਆਪਣੇ ਜਿਹੜੇ ਹੈਗੇ ਸੀ ਬੇਟੀ ਉਹਨਾਂ ਦੇ ਕੋਲ ਇੱਥੇ ਲਾਗੇ ਹੀ ਪਿੰਡ ਆ ਘਲੋਟੀ ਉੱਥੇ ਰਹਿਣ ਲੱਗੇ ਸੀ। ਮੈਥੋਂ ਮਰਿਆ ਨਹੀਂ ਜਾਣਾ ਇਹਨਾਂ ਤਾਨਿਆਂ ਦੇ ਵਿੱਚ, ਇਹ ਬੇਗਾਨਿਆਂ ਦੇ ਵਿੱਚ, ਮੈਂ ਖਾਨਿਆਂ ਦੇ ਵਿੱਚ। ਮੈਨੂੰ ਚੈਨ ਮਿਲੂ ਮੇਰੇ ਪਿੰਡ ਪਿੱਪਲਾਂ ਦੇ ਥੱਲੇ, ਪੱਤੇ ਲੋਰੀਆਂ ਸੁਣਾਉਂਦੇ ਜਦੋਂ ਠੰਡੀ ਹਵਾ ਚੱਲੇ। ਮੇਰੇ ਪਿੰਡ ਦੀ ਉਹ ਪੌਣ ਨੂੰ ਸੁਨੇਹਾ ਦੇ ਦਿਓ, ਮੈਨੂੰ ਲੋਰੀਆਂ ਸੁਣਾਵੇ ਕਿਤੇ ਮਾਂ ਬਣ ਕੇ। ਨੀ ਮੈਂ ਕੁਝੇ ਵਿੱਚ ਆਉਂਗਾ ਸਵਾ ਬਣ ਕੇ, ਨੀ ਮੈਂ ਕੁਝੇ ਵਿੱਚ ਆਉਂਗਾ ਸਵਾ ਬਣ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੇ ਜਿੱਦਾਂ ਕਿ ਦੇਖਿਆ ਕਿ ਪਹਿਲਾਂ ਅਸੀਂ ਹਰਜੀਤ ਸਿੰਘ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਸੀ ਜਿੱਥੇ ਤੁਹਾਨੂੰ ਅਸੀਂ ਘਰ ਦੇ ਹਾਲਾਤ ਦਿਖਾਏ ਸਾਰੇ ਕਿ ਕਿਸ ਤਰ੍ਹਾਂ ਜਿਹੜਾ ਘਰ ਆ ਹੁਣ ਉਹ ਇੱਕ ਖੰਜਰ ਬਣ ਚੁੱਕਿਆ ਹੈਗਾ ਜਿੱਥੇ ਹੁਣ ਬਿਲਕੁਲ ਵੀ ਕੋਈ ਵੀ ਨਹੀਂ ਰਹਿੰਦਾ ਤੇ ਉਹਨਾਂ ਦੇ ਜਿਹੜੇ ਹਰਜੀਤ ਸਿੰਘ ਦੇ ਪਿਤਾ ਜੀ ਸੀ ਉਹ ਆਪਣੀ ਬੇਟੀ ਦੇ ਕੋਲ ਰਹਿੰਦੇ ਨੇ ਤੇ ਜਿਹੜੇ ਮਾਤਾ ਜੀ ਸੀ ਉਹਨਾਂ ਦੇ ਉਹ ਸਵਰਗਵਾਸ ਹੋ ਗਏ ਨੇ ਤੇ ਜਿਹੜੇ ਉਹਨਾਂ ਦੇ ਵੱਡੇ ਭਰਾਤਾ ਸੀ ਉਹ ਵੀ ਪਹਿਲਾਂ ਹੀ ਸਵਰਗਵਾਸ ਹੋ ਗਏ ਸੀ ਉਹਨਾਂ ਦੇ ਜਾਣ ਤੋਂ। ਤੇ ਹੁਣ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ ਉਹਨਾਂ ਦੀ ਭੈਣ ਦੇ ਘਰ ਤੇ ਜਿੱਥੇ ਉਹਨਾਂ ਦੇ ਪਿਤਾ ਜੀ ਰਹਿੰਦੇ ਨੇ ਤੇ ਨਾਲ ਹੀ ਉਹਨਾਂ ਦੇ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ ਉਹਨਾਂ ਦੇ ਪਿਤਾ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿੰਡ ਪਹੁੰਚੇ ਸੀ ਜੀ ਹਰਜੀਤ ਸਿੰਘ ਦਾ ਆਪਣਾ ਘਰ ਦੇਖ ਕੇ ਆਂਦਾ ਜਿਹੜਾ ਤੁਹਾਡਾ ਘਰ ਸੀ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੁਣ ਮਾफ़ ਕੀਤਾ ਗਿਆ ਗਾ ਉਹਨਾਂ ਦੋਸ਼ੀਆਂ ਨੂੰ, ਤੁਹਾਨੂੰ ਵੀ ਪਤਾ ਚੱਲ ਗਿਆ ਇਸ ਚੀਜ਼ ਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਪੰਜਾਬ ਸਰਕਾਰ ਨੇ DGP ਨੇ ਤੇ ਪੰਜਾਬ ਦੇ ਰਾਜਪਾਲ ਨੇ ਮਿਲ ਕੇ ਉਹਨਾਂ ਪੁਲਿਸ ਦੋਸ਼ੀਆਂ ਨੂੰ ਮਾफ़ ਕਰ ਦਿੱਤਾ ਗਾ। ਤੇ ਸਭ ਤੋਂ ਪਹਿਲਾਂ ਤਾਂ ਅਸੀਂ ਹਰਜੀਤ ਸਿੰਘ ਦੀ ਕਹਾਣੀ ਜਾਣਨਾ ਚਾਹਾਂਗੇ ਜੀ। ਕਦੋਂ ਉਹਨਾਂ ਨੂੰ ਚੱਕਿਆ ਸੀ ਘਰ ਤੋਂ ਤੇ ਕੀ ਕਹਾਣੀ ਸੀ ਕਿ ਕਿਹੜਾ ਕਾਰਨ ਸੀ, ਕਿਹੜੇ ਕਾਰਨ ਕਰਕੇ ਉਹਨਾਂ ਨੂੰ ਉੱਥੋਂ ਘਰ ਤੋਂ ਚੱਕਿਆ ਗਿਆ ਸੀ? ਇਹ 6/10/93 ਦੀ ਗੱਲ ਹੈ ਜੀ। ਸਵੇਰੇ 11:15 ਵਜੇ ASA ਚੌਕੀ ਇੰਚਾਰਜ ਮਲੌਦ ਹਰਿੰਦਰ ਸਿੰਘ ਉਹ ਆਇਆ ਘਰੇ, ਮੇਰੀ ਬੇਟੀ ਦੀ ਘਰੇ ਹਰਜੀਤ ਕੌਰ। ਉਹਨੂੰ ਕਹਿੰਦੇ ਵੀ ਅਸੀਂ ਇਹਨੂੰ ਹਰਜੀਤ ਨੂੰ ਲੈ ਕੇ ਜਾਣਾ ਮਲੌਦ ਦੇ ਮਾੜੀ ਮੋਟੀ ਪੁੱਛ ਗਿੱਛ ਕਰਨੀ। ਉਹ ਮਲੌਦ ਲੈ ਗਏ, ਮਲੌਦ ਤੋਂ ਜਾ ਕੇ ਪੈਲ ਲੈ ਗਏ, ਪੈਲ ਵਾਲਿਆਂ ਤੋਂ ਜਾ ਕੇ ਉਹ UP ਵਾਲੇ ਲੈ ਗਏ। ਸਾਨੂੰ ਕਹਿੰਦੇ ਅਸੀਂ ਕਈ ਗੇੜੇ ਮਾਰੇ, ਕਹਾਣੀ ਬਹੁਤ ਲੰਮੀ ਆ। ਹੁਣ ਕਿਹੜਾ ਜੀ ਆ ਵੀ ਪੈਲ ਵਾਲੇ ਤੋਂ ਕਹਿੰਦੇ ਤਾਂ ਹਰਦੁਆਰ ਦੀ ਪੁਲਿਸ ਲੈ ਗਈ। ਸਾਨੂੰ 2-3 ਗੇੜੇ ਹਰਦੁਆਰ ਭੇਜਤਾ। ਅਸੀਂ ਉਦੋਂ 12-13 ਦੀ ਰਾਤ ਨੂੰ ਉਹਨਾਂ ਨੇ ਮੁਕਾਬਲਾ ਬਣਾ ਕੇ ਮਾਰਤਾ ਜੀ। ਬਸ ਜਦੋਂ ਤੁਹਾਨੂੰ ਇੱਥੋਂ ਘਰ ਤੋਂ ਚੱਕ ਕੇ ਲੈ ਕੇ ਗਏ ਨਾ ਉਦੋਂ ਸਿਰਫ ਇਹੀ ਗੱਲ ਕਹੀ ਗਈ ਕਿ ਸਿਰਫ ਪੈਰਵਾਈ ਕਰਨ ਵਾਸਤੇ ਲੈ ਕੇ ਚੱਲੇ ਆ? ਨਹੀਂ, ਪੁੱਛ ਕੇ ਸੀ ਕਰਨੀ ਆ ਕੁੜੀ ਨੂੰ, ਕਹਿੰਦੇ ਵੀ ਅਸੀਂ ਮਲੌਦ ਇਹ ਤੋਂ ਬਸ ਆਹ ਗੱਲ ਕਹੀ ਆ। ਅੱਛਾ ਜੀ, ਕਾਰਨ ਨਹੀਂ ਉਹਨਾਂ ਨੇ ਦੱਸਿਆ ਕਿ ਅਸੀਂ ਕਿਹੜੇ ਕਾਰਨ ਕਰਕੇ ਲੈ ਕੇ ਚੱਲੇ ਆ? ਵੀ ਪੁੱਛ ਕੇ ਸੀ ਕਰਨੀ ਆ ਵੀ ਇਹਨੇ ਕੋਈ ਗਲਤ ਬੰਦੇ ਨੂੰ ਚਾਹ ਕਿਉਂ ਬੁਲਾਤੀ ਐ ਕਿਹਾ ਤੀ ਇਹਨੂੰ ਤਾਂ ਹੁਣ। ਅੱਛਾ ਜੀ, ਹਾਂ। ਕਿਹੜੇ ਗਲਤ ਬੰਦਿਆਂ ਨੂੰ ਕੁਝ ਦੱਸਿਆ ਉਹਨਾਂ ਨੇ? ਕੋਈ ਗਲਤ ਬੰਦੇ ਉਹਨਾਂ ਦੀ ਕੀ ਪਤਾ ਹੁਣ ਦਿਮਾਗ 'ਚ ਗਏ, ਕहीं ਦੱਸਿਆ ਨਹੀਂ ਕਿਤੇ। 2 ਮਿੰਟ ਦਾ ਲੈ ਗਏ, ਕਿਹੜਾ ਗੱਲ ਕਰਦੇ ਤੇ ਜਦ ਪੁਲਿਸ ਵਾਲੇ। ਅੱਛਾ ਜੀ, ਮਤਲਬ ਘਰਦਿਆਂ ਨੂੰ ਬਿਲਕੁਲ ਵੀ ਨਹੀਂ ਦੱਸਿਆ? ਇਹ ਦੱਸਿਆ ਗਿਆ ਕਿ ਕੁਝ ਪੁੱਛ ਪੜਤਾਲ ਕਰਨ ਕਰਕੇ ਕੁੜੀ ਹੀ ਕੱਲੀ ਕਰੇ ਬਸ। ਇਹਨੂੰ ਕਹਿੰਦੇ ਵੀ ਅਸੀਂ ਮਲੌਦ ਲੈ ਕੇ ਜਾਂਦੇ ਆ। ਇਹਨੇ ਪੁੱਛਿਆ ਬਾਈ ਕਿੱਥੇ ਲੈ ਕੇ ਜਾਣੋ, ਕਹਿੰਦੇ ਜੀ ਮਲੌਦ ਲੈ ਕੇ ਜਾਂਦੇ ਆ।
ਇਹਨੇ ਦਾ ਉਹ ਜੇਬ ਤੇ ਲਿਖਿਆ ਸੀ ਹਰਿੰਦਰ ਸਿੰਘ ਐਸਆਈ, ਉਹ ਇਹਨੇ ਪੜ੍ਹ ਲਿਆ। ਇਹ ਕਹਿੰਦੀ ਬਾਪੂ ਰਾਤ ਨੂੰ ਜਦ ਮੈਂ ਆਇਆ ਘਰੇ, ਉਹ ਕਹਿੰਦੀ ਬਾਪੂ ਹਰਿੰਦਰ ਸਿੰਘ ਥਾਣੇਦਾਰ ਸੀ, ਉਹਦੀ ਜੇਬ ਤੇ ਲਿਖਿਆ ਸੀ ਹਰਿੰਦਰ ਸਿੰਘ। ਤੁਸੀਂ ਉਸ ਟਾਈਮ ਕਿੱਥੇ ਸੀ ਜੀ? ਮੈਂ ਬਾਹਰ ਗਿਆ ਸੀਗਾ ਜੀ, ਹੱਥ ਹਨੇਰੇ ਹੋਇਆ ਆਇਆ। ਫਿਰ ਹਨੇਰੇ ਹੋਏ ਅਸੀਂ ਬੰਦਾ ਇੱਕ ਮੇਰਾ ਜ਼ਿਮੀਂਦਾਰ ਆ ਬੈਠਾ ਮਗਰ ਫੋਟੋ, ਉਹ ਮੇਰਾ ਦੋਸਤ ਸੀ, ਉਹਦੀ ਬਹੁਤ ਚੱਲਦੀ ਸੀ। ਉਹਨੂੰ ਮੈਂ ਕਿਹਾ ਚਾਚਾ ਜੀ ਆਹ ਗੱਲ ਆ, ਉਹ ਕਹਿੰਦਾ ਆਪਾਂ ਸਵੇਰੇ ਚੱਲਾਂਗੇ, ਹੁਣ ਪੁਲਿਸ ਵਾਲਿਆਂ ਦੀ ਦਰਦਰੂ ਪੀਤੀ ਹੁੰਦੀ ਆ, ਕੋਈ ਗੱਲ ਨਹੀਂ ਕਰਨੀ। ਸਵੇਰੇ ਅਸੀਂ ਪੰਚਾਇਤ ਨੂੰ ਲੈ ਗਏ, ਨਾਲ ਚੇਅਰਮੈਨ ਨੂੰ ਗਏ, ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਘਵੀਰ ਸਿੰਘ ਹੈਗਾ ਮੈਂਬਰ, ਉਹਨੂੰ ਨਾਲ ਲੈ ਕੇ ਗਏ। ਮਲੌਦ ਵਾਲਾ ਥਾਣੇਦਾਰ ਕਹਿੰਦਾ ਮੈਂ ਤੈਨੂੰ ਪੈਲ ਛੱਡਿਆ ਆ, ਹਰਿੰਦਰ ਸਿੰਘ ਕਹਿੰਦਾ। ਜਦ ਅਸੀਂ ਪੈਲ ਗਏ, ਉਹ ਡੀਐਸਪੀ ਨੂੰ ਮਿਲੇ ਸੀਗਾ ਜੀ, ਸਾਡਾ ਬੰਦਾ ਇੱਥੇ ਛੱਡੋ। ਉਹ ਕਹਿੰਦਾ ਵੀ ਸਾਤੋਂ ਤਾਂ ਯੂਪੀ ਦੀ ਪੁਲਿਸ ਲੈ ਗਈ, ਹਰਿਦੁਆਰ ਜਾ ਕੇ ਪਤਾ ਕਰੋ, ਸਾਨੂੰ ਕੋਈ ਪਤਾ ਨਹੀਂ। ਅਸੀਂ ਹਰਿਦੁਆਰ 2-3 ਗੇੜੇ ਲਾਏ। ਉਹ ਹਰਿਦੁਆਰ ਵਾਲੇ ਕਹਿੰਦੇ ਵੀ ਅਸੀਂ ਤਾਂ ਗਲਤ ਕੰਮ ਕਰਦੇ ਨੇ। ਉੱਥੇ ਕੁੜੀ ਐਸਐਚਓ ਸੀਗੀ, ਉਹ ਕਹਿੰਦੀ ਅਸੀਂ ਗਲਤ ਕੰਮ ਨਹੀਂ ਕਰਦੇ, ਨਾ ਹੀ ਇਹੋ ਜਿਹਾ ਬੰਦਾ ਬਾਹਰੋਂ ਲਿਆਉਂਦੇ, ਨਾ ਸਾਨੂੰ ਕੋਈ ਲੋੜ ਆ ਵੀ ਅਸੀਂ ਨਹੀਂ ਕੋਈ ਬੰਦਾ ਲਿਆਉਂਦੇ, ਵੀ ਇਹ ਤਾਂ ਉਹੀ ਕਾਰਸਤਾਨੀ ਗਲਤ ਕਰਦੇ ਨੇ, ਉਹ ਪੰਜਾਬ ਪੁਲਿਸ ਦਾ ਹੀ ਕੰਮ ਆ ਇਹ। ਵੀ ਉਹਨਾਂ ਨਾਲ ਮੇਰੀ ਗੱਲ ਕਰਾਵਾ, ਮੇਰਾ ਨੰਬਰ ਲੈ ਜਾਓ। ਜਾਨੂੰ ਅਸੀਂ ਆ ਗਏ ਨੇ ਮਲੌਦ ਵਾਲੇ ਡੀਐਸਪੀ ਨਾਲ, ਫਿਰ ਅਲਝ ਗਏ, ਲੜੇ। ਉਹ ਕਹਿੰਦਾ ਵੀ ਮੇਰੇ ਨਾਲ ਲੜਦੀ, ਉਹ ਤੁਹਾਡਾ ਮੁੰਡਾ ਤਾਂ ਮੁਕਾਬਲੇ 'ਚ ਯੂਪੀ 'ਚ ਮਾਰਿਆ ਗਿਆ ਸੀਗਾ। ਮੁਕਾਬਲੇ ਕਿਵੇਂ ਮਾਰਿਆ ਗਿਆ, ਲੈ ਕੇ ਤਾਂ ਤੁਸੀਂ ਘਰੋਂ ਆਏ ਹੋ। ਉਹ ਕਹਿੰਦਾ ਫਿਰ ਮੈਨੂੰ ਨਹੀਂ ਪਤਾ, ਅਖਬਾਰ ਲੈ ਜਾਓ। ਅਖਬਾਰ ਸਾਨੂੰ ਫੜਾਤਾ ਉਹਨਾਂ ਨੇ, ਕਹਿੰਦੇ ਉਹਦਾ ਮੁਕਾਬਲਾ ਹੋ ਗਿਆ ਉਹਦਾ। ਅੱਛਾ, ਮਤਲਬ ਉਸੇ ਹਰਿੰਦਰ ਸਿੰਘ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਮੁੰਡੇ ਦੀ ਜਿਹੜੀ ਹੈਗੀ ਆ ਪੁਲਿਸ ਮੁਕਾਬਲੇ 'ਚ? ਨਹੀਂ ਉਹ ਡੀਐਸਪੀ ਪੈਲ ਵਾਲੇ ਨੇ ਦੱਸਿਆ, ਹਰਿੰਦਰ ਡੀਐਸਪੀ ਪਹਿਲਵਾਨ। ਤੇ ਫਿਰ ਉਸ ਤੋਂ ਤੁਸੀਂ ਜਿਹੜੇ ਉਸ ਤੋਂ ਬਾਅਦ ਜਦੋਂ ਮਤਲਬ ਪਤਾ ਲੱਗਿਆ ਤੁਹਾਨੂੰ, ਫਿਰ ਉੱਥੇ ਤੁਹਾਨੂੰ ਉਹਦਾ ਕੋਈ ਬੇਟੇ ਦਾ ਜਿਹੜੇ ਹੈਗੇ ਸੀ ਅੰਗ ਪ੍ਰਾਪਤ ਕੀਤੇ? ਨਹੀਂ, ਕੋਈ ਸਾਨੂੰ ਬਾਡੀ ਨਹੀਂ ਦਿੱਤੀ, ਕੋਈ ਕੱਪੜਾ ਨਹੀਂ ਦਿੱਤਾ, ਕੋਈ ਕੁਛ ਨਹੀਂ ਦਿੱਤਾ ਉਹਨਾਂ ਨੇ। ਮਤਲਬ ਕਹ ਲਓ ਕਿ ਖੁਰਦਬੁਰਦੀ ਕਰ ਦਿੱਤਾ ਗਿਆ ਸਾਰਾ ਕੁਝ? ਸਭ ਕੋ ਖੁਰਦ-ਬੁਰਦ। ਉਹ ਤੁਰ ਤੱਕ ਮੰਨੇ ਹੀ ਨਹੀਂ ਵੀ ਅਸੀਂ ਲੈ ਕੇ ਗਏ ਆ, ਕਿ ਸਾਨੂੰ ਤਾਂ ਪਤਾ ਹੀ ਨਹੀਂ। ਉਹਦਾ ਸੀਬੀਆਈ ਨੇ ਕੱਢਿਆ ਫਿਰ ਸਾਰਾ ਕੁਝ। ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਜਦੋਂ ਪਹਿਲੀ ਜਿਹੜੀ ਹੈਗੀ ਸੀ ਇਹ ਕਾਰਵਾਈ, ਜਦੋਂ ਤੁਹਾਨੂੰ ਪਤਾ ਲੱਗਿਆ ਕਿ ਉਹਦੀ ਡੈਥ ਹੋ ਚੁੱਕੀ ਆ, ਤੇ ਫਿਰ ਉਸ ਤੋਂ ਬਾਅਦ ਕੇਸ ਸੀ? ਹਾਈ ਕੋਰਟ ਗਏ। ਸਭ ਤੋਂ ਪਹਿਲਾਂ ਜਿਹੜਾ ਕੇਸ ਸੀ ਉਹ ਕਿੱਥੇ, ਹਾਈ ਕੋਰਟ ਦੇ ਵਿੱਚ ਕੀਤਾ? ਹਾਈ ਕੋਰਟ ਗਏ ਅਸੀਂ ਸਿੱਧੇ ਹੀ। ਹਾਈ ਕੋਰਟ ਜਾ ਕੇ ਉਹ 2-3 ਵਕੀਲ ਅਸੀਂ ਕੀਤੇ, ਇੱਕ ਲਖਣਪਾਲ ਕੀਤਾ, ਇੱਕ ਅਜੀਤ ਸਿੰਘ ਸ਼ਾਂਤ ਕੀਤਾ, ਇੱਕ ਉਹ ਨਵਕਰਨ ਕੀਤਾ। ਉਹ 3-4 ਵਕੀਲਾਂ ਨਾਲ ਗੱਲ, ਉਹ ਪੁਲਿਸ ਵਾਲਿਆਂ ਨੇ ਕੋਈ ਵੀ ਨਹੀਂ ਜਾਣ ਦਿੱਤਾ ਤਰੀਕ ਤੇ, ਕੋਈ ਤਰੀਕ ਤੇ ਨਹੀਂ ਗਿਆ। ਫਿਰ ਥੱਕ ਕੇ ਹਾਰ ਕੇ ਸਾਡੇ ਇੱਥੇ ਪਾਡੇ ਵਾਲੇ ਦੇ ਨੇ ਦਰਬਾਰਾ ਸਿੰਘ ਗਿੱਲ ਲੁਧਿਆਣੇ ਨੇ, ਉਹ ਵਕੀਲ ਹਿਊਮਨ ਰਾਈਟਸ ਵਾਲਿਆਂ ਦੇ, ਉਹਨਾਂ ਨੇ ਮੇਰੀ ਬਾਗ ਵਿੱਚ, ਉਹਨਾਂ ਨੂੰ ਮੈਂ ਦੱਸਿਆ ਵੀ ਆਹ ਗੱਲ ਹੋ ਗਈ। ਉਹ ਕਹਿੰਦੇ ਕੋਈ ਗੱਲ ਨਹੀਂ। ਉਹਨਾਂ ਨੇ ਮੈਨੂੰ ਉੱਥੇ ਭੇਜਦਾ ਜਾਗਰ ਸਿੰਘ ਜੱਜ ਤੀ ਹਾਈ ਕੋਰਟ ਦਾ, ਉਹਨਾਂ ਨੂੰ ਉਹਨਾਂ ਦਾ ਰਿਸ਼ਤੇਦਾਰ ਤੀ। ਉਹ ਕਹਿੰਦੇ ਉਹਨਾਂ ਕੋਲ ਜਾ, ਤੁਹਾਡੀ ਮਾਮਾ ਉਹਨਾਂ ਕੋਲ ਗਿਆ, ਆਹ ਗੱਲਾਂ ਨੂੰ ਦੱਸਿਆ। ਉਹਨਾਂ ਨੇ ਉਹ ਸੀਬੀਆਈ ਨੂੰ ਕੇਸ ਲਵਾਤਾ ਫਿਰ ਉਹਨਾਂ ਨੇ ਕਹਿ ਕੇ, ਬਸ ਫਿਰ ਪਟਿਆਲੇ ਕੇਸ ਚੱਲ ਪਿਆ। ਤੇ ਫਿਰ ਜਦੋਂ ਜਿਹੜਾ ਵਾਕਿਆ ਹੈਗਾ ਕਿ ਜਦੋਂ 6 ਤਰੀਕ ਨੂੰ ਉਹ ਚੱਕਦੇ ਨੇ ਘਰੋਂ, 6 ਅਕਤੂਬਰ 1993 ਨੂੰ, ਤੇ 12 ਅਕਤੂਬਰ 1993 ਨੂੰ ਤੁਹਾਨੂੰ ਪਤਾ ਲੱਗਦਾ? 12-13 ਦੀ ਰਾਤ ਨੂੰ, 14 ਨੂੰ ਸਾਨੂੰ ਦੱਸਿਆ ਉਹਨਾਂ ਨੇ ਵੀ ਜੀ ਉਹ ਤਾਂ ਮਰ ਗਿਆ, ਉਹ ਤਾਂ ਮੁਕਾਬਲਾ ਬਣ ਗਿਆ ਉਹਦਾ। ਉਸ ਟਾਈਮ ਤੁਹਾਡੇ ਪਿੰਡ ਦੇ ਕੋਈ ਮੋਤਵਾਰ ਜਿਹੜੇ ਹੈਗੇ ਸੀ ਉਹ ਨਾਲ ਜਾਂਦੇ ਸੀ? ਔਰ ਰਘਬੀਰ ਸਿੰਘ ਜਾਂਦਾ ਰਿਹਾ ਸਾਡੇ ਨਾਲ, ਸਰਪੰਚ ਵੀ ਸੀ ਉਸ ਵੇਲੇ ਮੇਰਾ ਖਿਆਲ, ਉਹ ਚੇਅਰਮੈਨ ਵੀ ਕਹਿੰਦੇ ਸੀ, ਉਹ ਮਿਲਕ ਪਲਾਂਟ ਦਾ ਚੇਅਰਮੈਨ ਵੀ ਰਿਹਾ। ਹੁਣ ਉਹ ਗੁਰਦੁਆਰੇ ਪ੍ਰਬੰਧਕ ਦਾ ਕਮੇਟੀ ਦਾ ਮੈਂਬਰ ਆ, 3-4 ਇਲੈਕਸ਼ਨ ਜਿੱਤ ਗਿਆ। ਉਹ ਸਾਡੇ ਨਾਲ ਜਾਂਦਾ ਜੁੰਦਾ ਰਿਹਾ। ਉਸ ਟਾਈਮ ਹਾਲਾਤ ਹੀ ਕੁਝ ਇਦਾਂ ਦੇ ਸੀ ਕਿ ਜਿਹੜੇ ਸਿੱਖ ਨੌਜਵਾਨ ਸੀ ਉਹ ਇਦਾਂ ਦੇ ਹੁੰਦੇ ਸੀ ਕਿ ਕਾਰਨ ਕੀ ਸੀ? ਸਿਰਫ ਇੱਕ ਸਿੱਖ ਹੋਣਾ ਹੀ ਉਹਦਾ ਗੁਨਾਹ ਸੀ? ਗੁਨਾਹ ਦੀ ਅੰਮ੍ਰਿਤ ਛਕਣਾ ਹੀ, ਜਿਹਦਾ ਅੰਮ੍ਰਿਤ ਛਕਿਆ ਉਹ ਗੁਨਾਹਗਾਰ ਆ ਬਸ। ਉਹ ਉਹਨਾਂ ਦੀਆਂ ਨਜ਼ਰਾਂ 'ਚ ਅੱਤਬੱਦੀ ਆ, ਵੀ ਇਹ ਖਰਾਬ ਆ ਬੰਦਾ, ਗਲਤ, ਇਹਨੂੰ ਮਾਰ ਦਿਓ, ਆਹ ਚੱਕਰ ਦੀ। ਚਲੋ ਮੇਰੀ ਤਾਂ ਉਮਰ ਛੋਟੀ ਹੈ, ਮੈਨੂੰ ਤਾਂ ਇਸ ਚੀਜ਼ ਦੇ ਬਾਰੇ ਪਤਾ ਨਹੀਂ ਹੋਣਾ, ਪਰ ਤੁਸੀਂ ਉਸ ਟਾਈਮ ਵਿਚਰੇ ਹੋ ਉਸ ਹਾਲਾਤਾਂ ਦੇ ਵਿੱਚ, ਤੁਹਾਨੂੰ ਪਤਾ ਹੋਣਾ ਕਿ ਹੋਰ ਤੁਹਾਡੇ ਪਿੰਡ ਤੋਂ ਵੀ ਮੁੰਡੇ ਚੱਕਦੇ ਸੀ ਇਦਾਂ ਜੀ? ਹਾਂ, 2 ਮੁੰਡੇ ਇਹਨਾਂ ਦੇ ਹੋਰ ਵੀ ਮਾਰੇ ਹੋਏ ਨੇ ਪੁਲਿਸ ਵਾਲਿਆਂ ਨੇ। ਹਾਂ, ਉਹਨਾਂ ਦੇ ਘਰ ਵੱਲੋਂ ਕਿਸੇ ਵੱਲੋਂ ਕੋਈ ਕੇਸ ਕੁਛ ਨਹੀਂ? ਨਹੀਂ, ਕੋਈ ਕੇਸ ਨਹੀਂ ਕੀਤਾ, ਉਹ ਨਹੀਂ ਕਰ ਸਕਦੇ ਬਹੁਤਾ। ਉਹਨਾਂ ਦਾ ਕਾਰਨ ਕੀ ਸੀ ਕੇਸ ਕਰਨ ਦਾ, ਜਿੱਦਾਂ ਤੁਸੀਂ ਲੜੇ ਹੋ? ਭੱਜ ਨੱਠ ਨਹੀਂ, ਡਰਦੇ ਪੁਲਿਸ ਤੋਂ ਬਹੁਤ, ਤੇ ਬਾਕੀ ਪੈਸੇ ਦੀ ਵੀ ਕਮਜ਼ੋਰੀ ਸੀ। ਮੈਨੂੰ ਤਾਂ ਚੱਲ ਰੋਡਵੇਜ਼ ਦਾ ਕਰਕੇ ਲਿਫਟ ਸੀਗੀ, ਮੈਂ ਤਾਂ ਫਿਰਦੀ ਤੁਰੀ ਜਾਂਦਾ ਸੀ। ਹਾਂ, ਉਸ ਟਾਈਮ ਦੀ ਸਰਕਾਰ ਵੱਲੋਂ ਕੋਈ ਤੁਹਾਡਾ ਸਾਥ ਦਿੱਤਾ ਹੋ ਗਿਆ ਹੋਵੇ? ਨਹੀਂ, ਕੋਈ ਸਾਨੂੰ ਸਾਥ, ਕਿਸੇ ਨੇ ਸਾਨੂੰ ਸਾਥ ਨਹੀਂ ਦਿੱਤਾ, ਕੋਈ ਸਾਡੇ ਨੂੰ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ। ਅਸੀਂ ਆਪਦੇ ਪੈਰਾਂ 'ਤੇ ਕਦੇ ਥੋਂ ਵੇਚਤਾ, ਕਦੇ ਉਧਰੋਂ ਵਿਆਜ 'ਤੇ ਫੜ ਲਏ, ਕਦੇ ਉਧਾਰ ਫੜ ਲਏ, ਕਦੇ ਕੁਛ ਫੜ ਲਿਆ, ਬਸ ਇੱਕ ਟਾਈਮ ਲਗਾਇਆ। ਤੇ ਫਿਰ ਉਸ ਤੋਂ ਬਾਅਦ ਘਰ ਦੇ ਹਾਲਾਤ ਸੀ ਕਿੱਦਾਂ ਦੇ ਰਹੇ ਤੁਹਾਡੇ ਘਰ ਦੇ ਹਾਲਾਤ? ਇਹ ਹਾਲਾਤ ਮਾੜੇ ਹੀ ਰਹੇ। ਨੌਕਰੀ ਮੈਂ ਰੋਡਵੇਜ਼ ਦੀ ਨੌਕਰੀ ਛੱਡਣੀ, ਉਦੋਂ ਬਾਅਦ ਮੈਂ ਡਿਊਟੀ 'ਤੇ ਨਹੀਂ ਗਿਆ। ਫਿਰ ਬਸ ਇੱਧਰੋਂ ਫੜ ਤੁਰ ਕੇ ਆਪਦਾ ਟਾਈਮ ਲਗਾਇਆ। ਤੇ ਜਿਹੜਾ ਉਸ ਤੋਂ ਬਾਅਦ ਜਿਹੜੀ ਕਹਾਣੀ ਚੱਲਦੀ ਹੈ ਕਿ ਤੁਸੀਂ ਕੇਸ ਲੜਿਆ, ਤੇ ਕੇਸ ਕਿੰਨੇ ਸਾਲ ਤੁਸੀਂ ਕੇਸ ਲੜਿਆ? ਕੇਸ 6/93 ਤੋਂ 1/12/14 ਨੂੰ ਫੈਸਲਾ ਹੋਇਆ, 22 ਸਾਲ ਲੜਿਆ ਜੀ। 22 ਸਾਲ ਬਾਅਦ ਫੈਸਲਾ ਹੋਇਆ। 22 ਸਾਲ ਬਾਅਦ ਜਿਹੜਾ ਹੈਗਾ ਉਹ ਸੀਬੀਆਈ ਕੋਰਟ ਦੇ ਵੱਲੋਂ ਜਿਹੜਾ ਹੈਗਾ ਉਹ ਸੀਬੀਆਈ ਕੋਰਟ ਪਟਿਆਲਾ ਸਪੈਸ਼ਲ ਜੱਜ ਕਮਲਜੀਤ ਸਿੰਘ ਬਾਜਵਾ ਸਾਹਿਬ ਨੇ ਫੈਸਲਾ ਕੀਤਾ 1/12/14 ਨੂੰ 1 ਵਜੇ। ਬਸ
ਉਸ ਟਾਈਮ ਜਿਹੜੇ ਤੁਹਾਡਾ ਕੇਸ ਲੜ ਰਹੇ ਸੀ ਕਿਹੜੇ ਕਿਹੜੇ ਵਕੀਲ ਸੀ ਉਹ? ਉੱਥੇ ਵਕੀਲ ਸਾਡਾ ਇੱਕ ਬਰਜਿੰਦਰ ਸਿੰਘ ਸੋਢੀ ਸਾਡੀ ਮਦਦ ਕਰਦਾ ਸੀ ਪਟਿਆਲੇ। ਹੋਰ ਸੀਬੀਆਈ ਕਰਦੀ ਸੀ। ਬਸ ਬਾਕੀ ਸੀਬੀਆਈ ਸੀ। ਠੀਕ। ਬਾਕੀ ਸੀਬੀਆਈ ਬਰਜਿੰਦਰ ਸਿੰਘ ਸੋਢੀ ਸਾਡੀ ਹਮਦਰਦੀ ਕਰਦਾ ਸੀ ਉੱਥੇ। ਤੇ ਇਸ ਟਾਈਮ ਦੇ ਜਦੋਂ ਤੁਹਾਡਾ ਕੇਸ ਚੱਲਦਾ ਸੀ ਉਸ ਟਾਈਮ ਤੁਹਾਡੇ ਤੇ ਕੋਈ ਦਬਾਅ ਪਾਇਆ ਗਿਆ ਕਿ ਤੁਸੀਂ ਕੇਸ ਵਾਪਸ ਲੈ ਲਓ, ਇਹ ਕਰ ਦਿਓ? ਕਈ ਵਾਰੀ ਲੈ ਕੇ ਚੱਕ ਕੇ ਮੈਨੂੰ ਕਹਿੰਦੇ ਕੇਸ ਵਾਪਸ ਲੈ, ਕਈ ਵਾਰੀ ਲੈ ਗਏ। ਹਾਂ, ਉਹ ਫਿਰ ਕਿੱਥੇ ਦੀ ਪੁਲਿਸ ਵੱਲੋਂ, ਲੋਕਲ ਪੁਲਿਸ ਵੱਲੋਂ ਲੈ ਕੇ ਜਾਂਦਾ ਸੀ? ਮਲੌਦ ਵਾਲੇ ਲੈ ਜਾਂਦੇ ਤੇ, ਪੈਲ ਵਾਲੇ ਲੈ ਜਾਂਦੇ ਸੀ। ਉੱਥੇ ਜਾ ਕੇ ਤੁਹਾਨੂੰ ਮਾਰਿਆ ਕੁੱਟਿਆ ਜਾਂਦਾ ਸੀ ਜਾਂ ਸਿਰਫ ਡਰਾਵਾ ਦਿੱਤਾ? ਮੈਨੂੰ ਪੁਲਿਸ ਵਾਲੇ ਮੇਰੇ ਰੋਡਵੇਜ਼ ਕਰਕੇ ਮੇਰੇ ਸਾਰੇ ਹੀ ਜਾਣਦੇ ਸੀਗੇ। ਐਸਐਸਬੀ ਤੱਕ ਵੀ ਮੇਰੀ ਪ੍ਰੋ ਸੀਗੀ, ਜਾਣਦੇ ਸੀ। ਮੇਰੀ ਆੜੀ ਦੀ ਐਸਐਸਬੀ ਵੀ ਬੋਦੀ ਭੇਦੀ ਸੀ ਲੁਧਿਆਣੇ। ਉਹ ਮੈਨੂੰ ਕਹੀਂ ਤਾਂ ਕੁਛ ਨਹੀਂ ਦੀ ਲੈ ਜਾਂਦੇ ਸੀ। ਜੇ ਕਿਤੇ ਨਾ ਕਿਤੇ ਇਸ ਚੀਜ਼ ਸੋਚੀ ਜਾਵੇ ਕਿ ਤੁਹਾਡੇ ਚਲੋ ਜਾਣ ਪਛਾਣ ਦੇ ਕਰਕੇ ਕਿਤੇ ਨਾ ਕਿਤੇ ਜਿਹੜਾ ਕੇਸ ਸੀ ਸਿਰੇ ਲੱਗ ਗਿਆ, ਹੁਣ ਤੱਕ ਤੁਸੀਂ ਵੀ ਦੇਖਿਆ ਕਿ ਪੰਜਾਬ ਦੇ ਵਿੱਚ ਕਿੰਨੇ ਲੱਖਾਂ ਨੌਜਵਾਨ ਜਿਹੜੇ ਸ਼ਹੀਦ ਕਰ ਦਿੱਤੇ ਇਸੇ ਨਾਮ ਤੇ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਬਣਾ ਕੇ ਗਏ। ਤੇ ਜਸਵੰਤ ਸਿੰਘ ਖਾਲੜਾ ਵੀ ਜਿਹੜੇ ਹੈਗੇ ਨੇ ਉਹ ਸ਼ਹੀਦ ਕਰ ਦਿੱਤੇ ਗਏ, ਤੁਹਾਨੂੰ ਇਸ ਬਾਰੇ ਵੀ ਪਤਾ ਹੋਣਾ। ਤੇ ਤੁਸੀਂ ਤਾਂ ਚਲੋ ਇਸ ਚੀਜ਼ ਦੇ ਲੜੇ, ਪਰ ਤੁਸੀਂ ਸੋਚਦੇ ਹੋਵੋਗੇ ਕਿ ਕਿੰਨੇ ਪਰਿਵਾਰ ਨੇ ਜਿਹੜੇ ਇਹ ਕੇਸ ਸਾਨੂੰ ਨਹੀਂ ਲੜ ਸਕੇ ਤੇ ਉਹ ਅੱਜ ਆਪਣੇ ਬੱਚਿਆਂ ਦੇ ਲਈ ਅੱਜ ਵੀ ਰੋਂਦੇ ਪਏ ਨੇ। ਉਹ ਰੋਂਦੇ ਹੀ ਨਹੀਂ ਜੀ ਉਹ। ਹਾਂਜੀ ਬਿਲਕੁਲ ਨਹੀਂ ਲੜ ਸਕੇ ਕੇਸ ਉਹ। ਤੁਸੀਂ ਹੁਣ ਜਿਹੜੀ ਹੈਗੀ ਆ ਸਜ਼ਾ ਹੋਈ ਆ, ਸਜ਼ਾ ਹੋਈ ਸੀ 5 ਸਾਲ ਹੋਏ ਸੀ, ਅਜੇ ਸਜ਼ਾ ਨੂੰ ਹਜੇ ਉਮਰ ਕੈਦ ਦੀ ਸਜ਼ਾ ਹੋਈ? ਉਮਰ ਕੈਦ ਜੀ, ਹਾਂਜੀ। ਉਹਨਾਂ ਨੂੰ ਚਾਰੇ ਬੰਦੇ ਨੇ, 3 ਯੂਪੀ ਦੇ, 1 ਪੰਜਾਬ ਪੁਲਿਸ ਦਾ। ਉਹਨਾਂ ਨੂੰ ਉਮਰ ਕੈਦ, 20,000 ਰੁਪਇਆ ਜੁਰਮਾਨਾ। 1/14 ਨੂੰ ਹੋਇਆ। ਫਿਰ ਇੱਥੇ ਇੱਕ ਇਹ ਵੀ ਗੱਲ ਆਉਂਦੀ ਹੈ ਕਿ ਜਿੱਥੇ ਜਦੋਂ ਤੁਸੀਂ ਜਾਂਦੇ ਸੀ ਹਰਿਦੁਆਰ ਪੁਲਿਸ ਕੋਲੇ ਗਏ ਜਾਂ ਕਿਸੇ ਹੋਰ ਯੂਪੀ ਦੀ ਪੁਲਿਸ ਕੋਲ ਗਏ, ਉੱਥੇ ਤੁਹਾਨੂੰ ਕਹਿੰਦੇ ਸੀ ਕਿ ਸਾਡੇ ਪੁਲਿਸ ਦਾ ਕੋਈ ਵੀ ਜਿਹੜਾ ਬੰਦਾ ਜਾਂ ਹੈਗਾ ਮੁਲਾਜ਼ਮ ਆ ਉਹਦੇ ਵਿੱਚ ਸ਼ਾਮਲ ਨਹੀਂ ਹੈਗਾ। ਪਰ ਫਿਰ ਦੁਬਾਰਾ ਜਦੋਂ ਸੀਬੀਆਈ ਨੇ ਕੱਢਿਆ, ਉਹ ਕਿੱਦਾਂ ਜਿਹੜੇ ਹੈਗੇ ਸੀ ਮੁਕਾਬਲਾ ਜਿਹੜਾ ਹੋਇਆ ਸੀ ਉਹ ਪੰਜਾਬ ਦੇ ਵਿੱਚ ਹੋਇਆ ਸੀ ਜਾਂ ਉੱਥੇ ਯੂਪੀ ਦੇ? ਯੂਪੀ 'ਚ ਹੋਇਆ ਜੀ। ਯੂਪੀ 'ਚ ਪਵਾਇਆ, ਜ਼ਿਲ੍ਹਾ ਸ਼ਾਹਜਹਾਂਪੁਰ ਪੁਲਿਸ ਸਟੇਸ਼ਨ ਪਵਾਇਆ। ਬਲਸੰਦਾ ਪਿੰਡਾ ਨੇਪਾਲ ਦੇ ਬਾਰਡਰ ਤੇ ਚਲੇ ਜਾਂਦਾ, ਉੱਥੇ ਕੀਤਾ। ਯੂਪੀ 'ਚ ਹੋਇਆ। ਉਹਨਾਂ ਦਾ ਤਾਂ ਕੋਈ ਹਰਿਦੁਆਰ ਵਾਲਾ ਦਾ ਮਤਲਬ ਹੀ ਨਾ, ਕੋਈ ਬੰਦਾ ਹੈ ਹੀ ਨਹੀਂ ਉਹਨਾਂ ਦਾ ਵਿੱਚ ਕੋਈ। ਇਹ ਤਾਂ ਯੂਪੀ ਦੀ ਪੁਲਿਸ ਆ। ਜਦੋਂ ਫਿਰ ਇਹ ਗਵਾਈਆਂ ਹੁੰਦੀਆਂ ਸੀ ਤਾਂ ਗਵਾਈਆਂ ਦੇ ਵਿੱਚ ਤੁਹਾਡੇ ਸਾਹਮਣੇ ਹੀ ਉਹਨਾਂ ਨੇ ਬਿਆਨ ਕੀਤਾ ਕਿ ਇਹ ਹਾਂਜੀ ਅਸੀਂ ਪੁਲਿਸ ਮੁਕਾਬਲਾ ਬਣਾਇਆ ਇਹਨਾਂ ਦਾ? ਉਹ ਕਿਤੇ ਮੰਨਦੇ ਨੇ, ਉਹਦਾ ਸੀਬੀਆਈ ਨੇ ਕੱਢਿਆ। ਉਹ ਕਿ ਐਂ ਕਿਤੇ ਕਹਿੰਦੇ ਨੇ ਵੀ ਅਸੀਂ ਪੁਲਿਸ ਮੁਕਾਬਲਾ ਕੀਤਾ, ਸਾਡੇ ਕੋਲ ਕਾਪੀ ਲਿਆਂਦੀ, ਬਣਾ ਕਾਪੀ ਦਿੱਤੀ ਸੀਬੀਆਈ ਨੂੰ ਜਿਹੜੀ ਉਹਨਾਂ ਦੇ ਮੁਕਾਬਲਾ ਦੀ। ਮੇਰੇ 3 ਰਾਊਂਡ ਚੱਲੇ, ਮੇਰੇ 4 ਚੱਲੇ। ਉਹ ਫਿਰ ਜੱਜ ਨੂੰ ਦਿਖਾਈ ਸੀਬੀਆਈ ਨੇ ਵੀ ਆਹ ਦੇਖੋ ਜੀ ਇਹਨਾਂ ਦੇ ਹੱਥੀਂ ਤਿਆਰ ਕੀਤੀ ਰਿਪੋਰਟ ਆ, ਇਹ ਕਿ ਝੂਠ ਬੋਲਦੇ ਨੇ। ਉਹ ਕਹਿੰਦਾ ਜਦ ਤੇਰੇ ਰਾਊਂਡ ਚੱਲੇ, ਤੇਰਾ ਪਿਸਤੌਲ ਚੱਲਿਆ, ਤੇਰੇ ਇੰਨੇ ਗੋਲੀਆਂ ਨਿਕਲੀਆਂ, ਤੇਰਾ ਲੈ ਕੇ FIR ਤੇਰੀ ਆ, ਇਹ ਮੇਰੀ ਤਾਂ ਲਿਖੀ ਨਹੀਂ ਹੋਈ। ਸਭ ਕੁਝ ਦਿੱਤਾ ਤਾਂ ਹੀ ਸਜ਼ਾ ਹੋਈ ਆ। ਮਤਲਬ ਹਰਿੰਦਰ ਸਿੰਘ ਹੁਣੀ ਇਸ ਵਿੱਚ ਸ਼ਾਮਲ ਸੀ ਕਿ ਹਰਿੰਦਰ ਸਿੰਘ ਹੁਣੀ ਉੱਥੇ ਯੂਪੀ ਗਏ ਤੇ ਯੂਪੀ ਜਾ ਕੇ ਐਨਕਾਊਂਟਰ ਕਰ ਜਾਂ ਯੂਪੀ ਵੀ ਗਿਆ ਨਹੀਂ, ਉਹ ਤਾਂ ਮਾਰਿਆ ਯੂਪੀ ਉਹਨਾਂ ਨੇ, ਯੂਪੀ ਵਾਲਿਆਂ ਨੇ, ਦੂਜਿਆਂ ਨੇ, 3 ਬੰਦਿਆਂ ਨੇ। ਹਾਂ, ਇਹ ਤਾਂ ਇੱਧਰ ਹੀ ਰਹਿ ਗਿਆ ਮੇਰਾ ਖਿਆਲ, ਵਿੱਚ ਗਿਆ ਉਹ, ਪਤਾ ਨਹੀਂ ਮੈਨੂੰ ਇਹਦੇ ਬਾਰੇ ਤਾਂ। ਠੀਕ ਜੀ। ਤੇ ਜਦੋਂ ਹੁਣ ਸਜ਼ਾ ਹੁੰਦੀ ਹੈ ਤੇ ਸਜ਼ਾ ਤੋਂ ਬਾਅਦ ਹੁਣ 5 ਸਾਲ ਹਜੇ ਸਜ਼ਾ ਤੋਂ ਪੂਰੇ ਹੋਏ ਨੇ, ਉਮਰ ਕੈਦ ਦੀ ਸਜ਼ਾ ਹੋਈ ਹੈ ਤੇ 5 ਸਾਲ ਹਜੇ ਪੂਰੇ ਹੋਏ ਨੇ ਤੇ ਹੁਣ ਪੰਜਾਬ ਸਰਕਾਰ ਵੱਲੋਂ ਮਾਫ ਕਰ ਦਿੱਤਾ ਗਿਆ ਗਾ। ਤੁਸੀਂ ਕੀ ਸਮਝਦੇ ਹੋ ਇਸ ਮਾਮਲੇ? ਹਾਂਜੀ, ਇਹ ਸਾਡੇ ਨਾਲ ਜ਼ੁਲਮ ਹੋਇਆ ਜੀ ਬਹੁਤ। ਇਹਨਾਂ ਨੇ ਸਾਡੇ ਨਾਲ, ਅਸੀਂ ਤਾਂ 22 ਸਾਲ ਕੇਸ ਲੜ ਕੇ ਮਸਾਂ ਇਨਸਾਫ ਲਿਆ ਤੀ, ਸਤ ਇਨਸਾਫ ਵੀ ਖੋਲ੍ਹਿਆ ਇਹਨਾਂ ਨੇ। ਇਹ ਸਾਡੇ ਜ਼ਖਮਾਂ ਤੇ ਨੂਣ ਲਾਤਾ, ਛਿਲਕਤਾ ਇਹਨਾਂ ਨੇ। ਅਸੀਂ ਤਾਂ ਉੱਜੜੇ ਬੈਠੇ ਹਾਂ, ਤੁਹਾਡੇ ਸਾਹਮਣੇ ਦੇਖ ਲਓ। ਕੋਈ ਝੂਠ ਨਹੀਂ ਮੈਂ ਬੋਲਦਾ, ਕੋਈ ਗਲਤ ਗੱਲ ਨਹੀਂ ਕਹਿੰਦਾ। ਇਹਨਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਜਾਵੇ, ਸਖਤ ਤੋਂ ਸਜ਼ਾ ਮਿਲਿਆ ਜਾਣਾ, ਸਾਨੂੰ ਮੁਆਵਜ਼ਾ ਮਿਲਿਆ ਜਾਵੇ। ਸਾਡੇ ਕੋਲ ਤਾਂ ਚਾਹ ਪਾਣੀ ਨੂੰ ਕੰਮ ਕਰਨ ਵਾਲਾ ਬੰਦਾ ਕੋਈ ਹੈ ਨਹੀਂ, ਕੋਈ ਹੈ ਹੀ ਨਹੀਂ। ਤੁਸੀਂ ਦੱਸਦੇ ਹੋ ਜਿੱਦਾਂ ਦੇ ਤੁਹਾਡੇ ਹਾਲਾਤ ਰਹੇ ਨੇ ਤੇ ਉਸ ਟਾਈਮ ਤੁਹਾਡਾ ਫਿਰ ਘਰ ਪਰਿਵਾਰ ਦਾ ਖਰਚਾ ਜਿਹੜਾ ਹੈਗਾ ਸੀ ਕਿੱਦਾਂ ਚੱਲਦਾ? ਕਿਉਂਕਿ ਤੁਸੀਂ ਤਾਂ ਕੇਸਾਂ ਦੇ ਵਿੱਚ ਰਹਿੰਦੇ ਸੀ, ਉਲਝੇ ਰਹਿੰਦੇ ਸੀ। ਕਦੇ ਉੱਧਰੋਂ ਆ ਗਿਆ, ਉੱਧਰੋਂ ਮੰਗ ਲਏ, ਕਦੇ ਉਹ ਮੇਰੇ ਯਾਰ ਦੋਸਤ ਮਦਦ ਕਰਦੇ ਰਹੇ ਆ ਜੀ। ਇਸ ਟਾਈਮ ਦੇ ਦੌਰਾਨ ਤੁਹਾਡੇ ਦਾ ਕੋਈ ਮਤਲਬ ਕੋਈ ਕਰਜ਼ਾ ਵਗੈਰਾ ਤਾਂ ਨਹੀਂ ਲਿਆ ਹੋਗਾ? ਵਿੱਚੋਂ ਫੜੇ ਨੇ ਪੈਸੇ, ਕਰਜ਼ਾ ਕਿੱਥੋਂ ਥੋਂ ਵੇਚਣਾ ਪੈ ਗਿਆ, ਥੋੜਾ ਘਣਾ ਲਾਲਖੀ ਦੇ ਅੰਦਰ ਜੀ ਉਹ ਵੇਚਿਆ। ਸਰ ਜਿਹੜਾ ਹੁਣ ਪਿੰਡ ਦਾ ਹੈਗਾ ਮਕਾਨ ਆ ਜਿਹੜਾ ਉਹ ਤੁਹਾਡੇ ਕੋਲ ਹੀ ਆ, ਤੁਹਾਡੇ ਆਂਦੀ ਹੈ ਕਿ ਉਹ? ਸਾਡੇ ਕੋਲ ਹੀ ਆ ਮਕਾਨ, ਤਾਂ ਉਹ ਅਜੇ ਵੇਚਿਆ ਨਹੀਂ ਹੈਗਾ ਜੀ। ਹੁਣ ਪੈਸੇ ਪੂਏ ਦੇਣੇ ਨੇ ਲੋਕਾਂ ਦੇ, ਵੇਚਣਾ ਹੀ ਪਊਗਾ। ਤੇ ਉਸ ਤੋਂ ਬਾਅਦ ਜਿਹੜੇ ਗੱਲ ਹੁੰਦੀ ਹੈ ਕਿ ਹੁਣ ਪੰਜਾਬ ਸਰਕਾਰ ਵੱਲੋਂ ਮਾਫ ਕੀਤਾ ਗਿਆ ਹੈਗਾ ਤੇ ਸੁਖਬੀਰ ਬਾਦਲ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਅਸੀਂ ਤੁਹਾਡੀ ਜਿਹੜੀ ਹੈਗੀ ਆ ਉਹ ਮਦਦ ਕਰਾਂਗੇ, ਪਰਿਵਾਰ ਦੀ ਮਦਦ ਕਰਾਂਗੇ, ਪਰਿਵਾਰ ਦੇ ਨਾਲ ਰਲ ਕੇ ਚੱਲਾਂਗੇ ਕਿ ਇਸ ਕੇਸ ਨੂੰ ਦੁਬਾਰਾ ਰੀਓਪਨ ਕੀਤਾ ਜਾਵੇ ਤੇ ਦੁਬਾਰੇ ਜਿਹੜਾ ਹੈਗਾ ਉਹਨਾਂ ਨੂੰ ਫਿਰ ਉਹਨਾਂ ਨੂੰ ਸਜ਼ਾ ਜਿਹੜੀਆਂ ਹੈਗੀਆਂ ਵੱਧ ਤੋਂ ਵੱਧ ਸਜ਼ਾ ਜਿਹੜੀ ਉਮਰ ਕੈਦ ਦੀ ਤਾਂ ਪਹਿਲਾਂ ਹੀ ਦੇ ਦਿੱਤੀ ਗਈ ਸੀ। ਪਰ ਕਿਤੇ ਨਾ ਕਿਤੇ ਜਿਹੜਾ ਪੰਜਾਬ ਸਰਕਾਰ ਦਾ ਇਸ ਚੀਜ਼ ਵਿੱਚ ਹੱਥ ਆਉਂਦਾ ਤੇ ਤੁਸੀਂ ਕੀ ਸਮਝਦੇ ਹੋ ਕਿ ਉਹ ਉਹਨਾਂ ਦੇ ਕੋਈ ਸਾਗ ਸੰਬੰਧੀ ਜਾਂ ਹੋ ਸਕਦਾ ਜਾਂ ਕੋਈ ਹੋਰ ਹੋ ਸਕਦਾ, ਕੋਈ ਨੇੜਲਾ ਰਿਸ਼ਤੇਦਾਰ ਹੋ ਸਕਦਾ ਜਿਹੜਾ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ? ਕੀ ਪਤਾ ਜੀ, ਉਹਨਾਂ ਨੇ ਅਪਰੋਚ ਕੀਤਾ, ਅਪਰੋਚ ਤੋਂ ਬਗੈਰ ਤਾਂ ਹੈ ਨਹੀਂ। ਸਿਆਸੀ ਦਬਾਅ ਪਿਆ ਉਹਨਾਂ ਨੂੰ ਗਵਰਨਰ ਤੇ, ਉਹਨਾਂ ਤੋਂ ਕਰਾ ਲਿਆ ਇਹਨਾਂ ਨੇ। ਰਾਜੇ ਨੂੰ ਕਿਤੇ ਕਹਾ ਲਿਆ, ਚੀਫ ਮਿਨਿਸਟਰ ਨੂੰ ਕਹਾ ਤਾ ਕਿਸੇ ਨੂੰ। ਇਹ ਤਾਂ ਹੁਣ ਅਸੀਂ ਕਹਿ ਨਹੀਂ ਸਕਦੇ ਵੀ ਹੋਇਆ ਤਾਂ ਪ੍ਰੈਸ਼ਰ ਨਾਲੇ ਆ। ਇਹ ਤਾਂ ਹੁੰਦਾ ਨਹੀਂ ਐਡਾ, ਕਿਵੇਂ ਭੈਣ ਫਾਂਸੀ ਦਾ ਉਮਰ ਕੈਦ ਵਾਲਿਆਂ ਨੂੰ, ਪੁਲਿਸ ਵਾਲਿਆਂ ਨੂੰ ਕਿਵੇਂ ਛੱਡ ਦੂ ਬੰਦਾ ਕੋਈ? ਇਹਦੇ ਕੋਲ ਤਾਂ ਰਾਈਟ ਹੀ ਨਹੀਂ ਹੈਗਾ। ਗਵਰਨਰ ਕੋਲੇ, ਪ੍ਰੈਜ਼ੀਡੈਂਟ ਕੋਲੇ ਰਾਈਟ ਨੇ, ਇਹਦੇ ਕੋਲ ਹੱਕ ਹੀ ਨਹੀਂ ਹੈਗਾ, ਆਰਡਰ ਕਰ ਹੀ ਨਹੀਂ ਸਕਦਾ।
ਉਸ ਟਾਈਮ ਹਾਲਾਤ ਸੀ, ਫਿਰ ਮੈਂ ਦੁਬਾਰਾ ਉਹ ਦੁਬਾਰੇ ਪੁਰਾਣੇ ਦੌਰ ਤੇ ਆਵਾਂਗੇ। ਹਰਜੀਤ ਸਿੰਘ ਉਹਨਾਂ ਦਾ ਤੁਸੀਂ ਦੱਸਦੇ ਹੋ ਕਿ ਸਿਰਫ ਅੰਮ੍ਰਿਤ ਛਕਿਆ ਹੋਇਆ ਸੀ, ਤੇ ਜਿਹੜਾ ਉਹਨਾਂ ਦੀ ਬਹਿਣੀ ਉੱਠਣੀ ਸੀ ਉਹ ਕਿੱਦਾਂ ਦੇ ਨੌਜਵਾਨਾਂ ਨਾਲ ਸੀ? ਕਈ ਵਾਰੀ ਇਹ ਸੋਚਿਆ ਜਾਂਦਾ ਕਿ ਉਹਨਾਂ ਦੀ ਨੌਜਵਾਨਾਂ ਨਾਲ ਬਹਿਣੀ ਉੱਠਣੀ ਸੀ, ਜਾਂ ਕੋਈ ਇਦਾਂ ਦਾ ਕਿਸੇ ਕਿ ਘਰੇ ਨਹੀਂ ਇਸ ਚੀਜ਼ ਦਾ ਪਤਾ ਸੀ, ਤੇ ਤੁਸੀਂ ਸਮਝਦੇ ਹੋ ਕਿ ਇਸ ਚੀਜ਼ ਦੇ ਵਿੱਚ ਕਿਸੇ ਨਾ ਕਿਤੇ ਉਹ ਗਲਤ ਚੀਜ਼ਾਂ ਦੇ ਵਿੱਚ ਸ਼ਾਮਲ ਸੀ? ਨਹੀਂ, ਗਲਤ ਕਿਤੇ ਨਹੀਂ, ਉਹੀ ਮੁੰਡੇ ਸੀਗੇ ਦੋ ਹੀ ਤਿੰਨ ਉਹ ਅੰਮ੍ਰਿਤ ਛਕੇ ਵਾਲੇ, ਤੇ ਉਹੀ ਇਹਨਾਂ ਨੇ ਮਾਰਤੇ ਜੀ, ਹੋਰ ਨਹੀਂ। ਪਿੰਡ ਦੇ ਵਿੱਚ ਉਸ ਟਾਈਮ ਮਤਲਬ ਕੋਈ ਇਹ ਨੌਜਵਾਨ ਹੈ ਨਹੀਂ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ? ਨਹੀਂ ਨਹੀਂ, ਇਹੀ ਸੀਗੇ ਜੀ 2-3 ਬੰਦੇ। ਤੇ ਤੁਸੀਂ ਕੀ ਸਮਝਦੇ ਹੋ ਉਸ ਚੀਜ਼ ਨੂੰ ਕਿ ਕੋਈ ਅੰਮ੍ਰਿਤ ਛਕਣਾ ਉਸ ਟਾਈਮ ਦੇ ਤੁਹਾਡੇ ਮੁਤਾਬਕ ਗਲਤ ਸੀ, ਕਿ ਜੇ ਸਾਡਾ ਮੁੰਡਾ ਚੁੱਕ ਲਿਆ ਤੇ ਉਸ ਚੀਜ਼ ਨੂੰ ਕੋਈ ਗਲਤ ਮੰਨਿਆ ਜਾ ਸਕਦਾ? ਮੈਂ ਤਾਂ ਉਹਨੂੰ ਕਈ ਵਾਰੀ ਕਿਹਾ ਸੀ, ਮਹਾਂ ਤੂੰ ਲਾ ਦੇ ਪਰੇ, ਤੈਨੂੰ ਇਹ ਖਰਾਬ ਹੋਊਗਾ, ਇਹ ਲਾ ਦੇ ਆਪਾਂ ਨੂੰ ਖਰਾਬ ਕਰੂ। ਉਹ ਕਹਿੰਦਾ ਬਾਪੂ ਚਾਹੇ ਮੈਂ ਸ਼ਹੀਦ ਹੋ ਜਾ, ਮੈਂ ਲਾਉਣਾ ਨਹੀਂ ਹੈਗਾ। ਅੱਛਾ ਜੀ। ਆਹ ਗੱਲ ਸੀ। ਉਹ ਆਪਦੀ ਬੀਬੀ ਨੂੰ ਪਹਿਲਾਂ ਹੀ ਕਹਿੰਦਾ ਸੀ, ਕਹਿੰਦਾ ਬੀਬੀ ਮੈਂ ਤਾਂ ਸ਼ਹੀਦ ਹੋਊਂਗਾ। ਮਤਲਬ ਪਹਿਲਾਂ ਤੁਸੀਂ ਉਹ ਸ਼ਹੀਦ ਹੋਣ ਦਾ, ਕੁਰਬਾਨ ਹੋਣ ਦਾ ਉਹਨੇ ਆਪਦੀ ਬੀਬੀ ਨੂੰ ਕਹਿੰਦੀ ਬੀਬੀ ਮੈਂ ਤਾਂ ਸ਼ਹੀਦ ਹੋਊਂਗਾ। ਫਿਕਰ ਨਾ। ਤੁਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚੀਜ਼ ਤੋਂ ਰੋਕਦੇ ਸੀ ਕਿ ਤੁਸੀਂ ਇਹ ਚੀਜ਼ਾਂ ਨਾ ਕਰੋ? ਉਹ ਕਹਿੰਦਾ ਮਹਾਂ ਤੂੰ ਲਾ ਦੇ ਗਾਤਰਾ ਜਾ, ਹਾਲਾਤ ਗਲਤ ਨੇ ਜਾਣਦੇ। ਉਹ ਮੰਨਿਆ ਨਹੀਂ, ਉਹ ਕਹਿੰਦਾ ਨਹੀਂ ਨਾ, ਉਹ ਮੁੰਡਾ ਦੂਆ ਕਹਿਲਾ ਮੰਨਿਆ ਕਰਨੈਲ। ਉਹ ਚਾਚਾ ਕਹਿੰਦੀ ਆ ਤਾਂ ਮੈਨੂੰ ਨਹੀਂ ਕਹਿੰਦਾ, ਅਸੀਂ ਜਦ ਅੰਮ੍ਰਿਤ ਛਕ ਲਿਆ ਅਸੀਂ ਨਹੀਂ ਕਹਿੰਦਾ ਲਾਉਂਦੇ ਨਹੀਂ ਹੈਗੇ, ਮਰਜ਼ੀ ਹੈ ਬਸਕ ਕਹਿੰਦਾ। ਮਤਲਬ ਉਸ ਟਾਈਮ ਉਹਨਾਂ ਦਾ ਜਜ਼ਬਾ ਸੀ, ਜਿਹੜਾ ਉਹ ਸਿੱਖੀ ਦਾ ਜਜ਼ਬਾ ਸੀ, ਉਹ ਪਹਿਲਾਂ ਤੋਂ ਹੀ ਇਹਨਾਂ ਦੇ ਮਨ ਦੇ ਵਿੱਚ ਭਰਿਆ ਹੋਇਆ ਸੀ। ਹਾਂ ਹਾਂ, ਉਹ ਕਹਿੰਦੇ ਵੀ ਨਹੀਂ ਅਸੀਂ ਅੰਮ੍ਰਿਤ ਛਕਿਆ, ਤੋੜਨਾ ਨਹੀਂ ਹੈਗਾ। ਤੋੜਿਆ ਵੀ ਨਹੀਂ ਧੁਰ ਤੱਕ ਉਹਨਾਂ ਨੇ ਜੀ। ਇਸ ਤਰ੍ਹਾਂ ਹੀ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਲੱਖਾਂ ਨੌਜਵਾਨ ਜਿਹੜੇ ਹੈਗੇ ਨੇ ਇਸੇ ਕੰਮ ਕਰਕੇ ਸ਼ਹੀਦ ਕੀਤੇ ਗਏ। ਸਿਰਫ ਉਹਨਾਂ ਦਾ ਗੁਨਾਹ ਸੀ ਕਿ ਉਹਨਾਂ ਨੇ ਅੰਮ੍ਰਿਤਧਾਰੀ ਸੀ, ਤੇ ਅੰਮ੍ਰਿਤ ਛਕ ਕੇ ਉਹਨਾਂ ਨੇ ਹੈਗਾ ਸੀ ਜਿਹੜਾ ਗੁਰਬਾਣੀ ਦਾ ਪਾਠ ਕਰਦੇ ਸੀ, ਤੇ ਆਪਣਾ ਜਿਹੜੇ ਸਿੱਖੀ ਦੇ ਅਨੁਸਾਰ ਜਿਹੜਾ ਆਪਣਾ ਜੀਵਨ ਸੀ ਉਹ ਬਤੀਤ ਕਰਦੇ ਸੀ। ਹਾਲਾਂਕਿ ਉਹਨਾਂ ਦੇ ਉੱਪਰ ਕੋਈ ਵੀ ਕੇਸ ਨਹੀਂ ਸੀ। ਜੇ ਕਿਸੇ ਵੱਲੋਂ ਵੀ ਇਹ ਕੋਈ ਕਾਰਨ ਉਠਾਇਆ ਜਾਂਦਾ ਕਿ ਜੀ ਕੋਈ ਮੁੰਡਾ ਗਲਤ ਹੈਗਾ ਸੀ ਜਾਂ ਕੁਝ ਵੀ ਕੋਈ ਗੱਲਬਾਤ ਸੀ, ਤਾਂ ਸਿਰਫ CBI ਦੇ ਵੱਲੋਂ ਜਿਹੜਾ ਕੇਸ ਚੱਲਦਾ ਗਿਆ ਸੀ ਕਿ CBI ਦੇ ਵੱਲੋਂ ਕਿਤੇ ਵੀ ਦੋਸ਼ੀ ਨਹੀਂ ਪਾਇਆ ਗਿਆ ਹਰਜੀਤ ਸਿੰਘ ਨੂੰ ਕਿ ਉਹ ਕਿਤੇ ਗਲਤ ਸੀ ਜਾਂ ਕਿਸੇ ਕੇਸ ਦੇ ਵਿੱਚ ਫੜਿਆ ਗਿਆ ਸੀ, ਜਾਂ ਉਹ ਸਿਰਫ ਝੂਠਾ ਮੁਕਾਬਲਾ ਬਣਾ ਕੇ ਹੀ ਇਸੇ ਤਰ੍ਹਾਂ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਤੇ ਨਾਲ ਹੀ ਹੁਣ ਮੇਰੇ ਇੱਥੇ ਹਰਜੀਤ ਸਿੰਘ ਦੇ ਸਿਸਟਰ ਨੇ, ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕਿ ਉਸ ਟਾਈਮ ਦੇ ਹਾਲਾਤ ਕੀ ਸੀ, ਕਿਸ ਤਰ੍ਹਾਂ ਸੀ। ਮੈਨੂੰ ਪਰਦੇ ਨਾ ਵੇਖਦੀ ਏ ਮੌਤ ਕਮਜ਼ਾ, ਜਿਵੇਂ ਸਜਰੀ ਵਿਆਹੀ ਉੜੀਕੇ ਸ਼ਗਨਾਂ ਦੀ ਰਾਤ, ਮੇਰੀ ਅਰਥੀ ਸਜਾਵੇ ਉੱਤੇ ਫੁੱਲ ਰੱਖਦੀ ਏ, ਨਿਤ ਬਨ ਕੇ ਕਲੀਰੇ ਮੇਰਾ ਰਾਹ ਤੱਕਦੀ ਏ, ਮੇਰੇ ਪਿੰਡ ਦੀ ਉਹ ਮਿੱਟੀ ਨੂੰ ਸੁਨੇਹਾ ਦੇ ਦਿਓ, ਤੇਰੇ ਵਿੱਚ ਰਲ ਜਾਊਂਗਾ ਮੈਂ ਵਾਹ ਬਣ ਕੇ, ਨੀ ਮੈਂ ਕੁਝੇ ਵਿੱਚ ਆਊਂਗਾ ਸਵਾ ਬਣ ਕੇ, ਨੀ ਮੈਂ ਕੁਝੇ ਵਿੱਚ ਆਊਂਗਾ ਸਵਾ ਬਣ ਕੇ। ਜਿੱਦਾਂ ਕਿ ਤੁਸੀਂ ਬਾਪੂ ਮਹਿੰਦਰ ਸਿੰਘ ਹੋਣਾ ਤੋਂ ਜਿਹੜਾ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਸੀ ਉਸ ਟਾਈਮ, ਕਿਸ ਤਰ੍ਹਾਂ ਘਰ ਤੋਂ ਚੱਕਿਆ ਗਿਆ ਹਰਜੀਤ ਸਿੰਘ ਨੂੰ, ਤੇ ਯੂਪੀ ਦੇ ਵਿੱਚ ਜਾ ਕੇ ਉਹਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਤੇ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। ਸਿਰਫ ਗੁਨਾਹ ਇੰਨਾ ਸੀ ਕਿ ਉਹਨਾਂ ਨੇ ਸਿਰਫ ਅੰਮ੍ਰਿਤਧਾਰੀ ਸੀ। ਉਸ ਟਾਈਮ ਅੰਮ੍ਰਿਤਧਾਰੀ ਹੋਣਾ ਵੀ ਉਸ ਟਾਈਮ ਦਾ ਗੁਨਾਹ ਸੀ, ਕਾਲੇ ਦੌਰ ਦੇ ਵਿੱਚ, ਜਿਹਨੂੰ ਅਸੀਂ ਜਾਣਦੇ ਹਾਂ ਪੰਜਾਬ ਦੇ ਵਿੱਚ। ਅੱਜ ਪੰਜਾਬ ਕਾਲੇ ਦੌਰ ਦੇ ਨਾਲ ਜਾਣਦਾ ਉਸ ਹਾਲਾਤਾਂ ਨੂੰ ਕਿ ਕਿੱਦਾਂ ਲੱਖਾਂ ਨੌਜਵਾਨ ਜਿਹੜੇ ਹੈਗੇ ਸ਼ਹੀਦ ਕਰ ਦਿੱਤੇ ਗਏ ਸੀ। ਸੋ ਮੇਰੇ ਨਾਲ ਹੁਣ ਹਰਜੀਤ ਸਿੰਘ ਜੀ ਦੇ ਭੈਣ ਜੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਦੋਂ ਉਹ ਘਰ ਦੇ ਵਿੱਚ ਮੌਜੂਦ ਸੀ, ਜਦੋਂ ਹਰਜੀਤ ਸਿੰਘ ਜੀ ਨੂੰ ਜਿਹੜਾ ਹੈਗਾ ਪੁਲਿਸ ਲੈ ਕੇ ਗਈ ਹੈ ਚੱਕ ਕੇ, ਉਹਨਾਂ ਨਾਲ ਗੱਲਬਾਤ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਜਿਹੜੇ ਜਦੋਂ ਹਰਜੀਤ ਸਿੰਘ ਨੂੰ ਚੱਕ ਕੇ ਲੈ ਕੇ ਗਏ ਨੇ, ਉਦੋਂ ਤੁਸੀਂ ਇਸ ਟਾਈਮ ਘਰ ਦੇ ਵਿੱਚ ਮੌਜੂਦ ਸੀ ਜੀ? ਹਾਂਜੀ ਵੀਰ ਜੀ, ਮੈਂ ਉਦੋਂ ਘਰੇ ਸੀਗਾ। ਹਾਂਜੀ। ਤੇ ਕੀ ਕਹਾਣੀ ਬਣੀ ਜੀ ਜਦੋਂ ਪੁਲਿਸ ਵਾਲੇ ਆਉਂਦੇ ਆ ਤੇ ਕਿੱਦਾਂ ਉਹਨੂੰ ਹਰਜੀਤ ਸਿੰਘ ਉਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ? ਹਾਂਜੀ ਵੀਰ ਜੀ, ਮੈਂ ਘਰੇ ਸੀਗਾ। ਉਹ ਆਏ ਸੀਗੇ ਘਰੇ 11:15 ਵਜੇ, ਤੇ ਆ ਕੇ ਕਹਿੰਦੇ ਭੈਣੇ ਚਾਹ ਬਣਾ ਦੇ। ਮੈਂ ਚਾਹ ਬਣਾਤੀ, ਚਾਹ ਪੀਣ ਲੱਗੇ ਤੀ ਜਦੀ ਪੁਲਿਸ ਵਾਲੇ ਆ ਗਏ ਵੀਰ ਜੀ। ਤੇ ਪੁਲਿਸ ਵਾਲੇ ਮੈਨੂੰ ਕਹਿਣ ਲੱਗੇ ਵੀ ਹਰਜੀਤ ਸਿੰਘ ਘਰੇ ਆ। ਮੈਂ ਕਿਹਾ ਹਾਂਜੀ ਵੀਰ ਜੀ ਘਰੇ ਆ। ਤੇ ਉਹ ਜਦੀ ਸਾਹਮਣੇ ਹੀ ਸੀਗਾ, ਮਿਲ ਗਏ। ਉਹ ਕਹਿੰਦਾ ਹਾਂਜੀ ਹਰਜੀਤ ਸਿੰਘ ਤੇਰਾ ਨਾਂ ਹੀ ਆ? ਉਹ ਕਹਿੰਦਾ ਹਾਂਜੀ ਮੇਰਾ ਨਾਂ ਹੀ ਆ। ਤੇ ਕਹਿੰਦੇ ਵੀ ਪੀ ਲਾ ਚਾਹ। ਫਿਰ ਉਹ ਕਹਿੰਦਾ ਵੀ ਚਾਹ ਉਹਨੇ ਰੱਖਤੀ ਜਦੀ,
ਉਹਨੂੰ ਨਾਲ ਲੈ ਕੇ ਤੁਰ ਪਏ ਉਹ। ਮੈਂ ਪੁੱਛਿਆ ਉਹਨਾਂ ਨੂੰ, ਮਹਾਂ ਵੀਰ ਜੀ ਵੀ ਤੁਸੀਂ ਕਿੱਥੇ ਲੈ ਕੇ ਜਾਂਦੇ ਹੋ ਇਹਨੂੰ? ਕਹਿੰਦੇ ਵੀ ਅਸੀਂ ਮਲੌਦ ਥਾਣੇ 'ਚ ਲੈ ਕੇ ਜਾਂਦੇ ਹਾਂ ਇਹਨੂੰ। ਮੈਂ ਕਿਹਾ ਠੀਕ ਆ ਜੀ, ਤੇ ਉਹ ਘਰੋਂ ਲੈ ਗਏ ਵੀਰ ਜੀ। ਫਿਰ ਤੁਹਾਡੇ ਵੱਲੋਂ ਕੋਈ ਸਵਾਲ ਨਹੀਂ ਕੀਤਾ ਗਿਆ ਕਿ ਕਿਸ ਕਾਰਨ ਕਰਕੇ ਲੈ ਕੇ ਚੱਲੇ ਹੋ, ਜਾਂ ਹਰਜੀਤ ਸਿੰਘ ਵੱਲੋਂ ਸਵਾਲ ਕੀਤਾ ਗਿਆ ਹੋਵੇ ਕਿ ਕਿਸ ਕਾਰਨ ਕਰਕੇ ਲੈ ਕੇ ਚੱਲੇ ਹੋ? ਵੀਰ ਜੀ ਹਰਜੀਤ ਸਿੰਘ ਵੱਲੋਂ ਕੋਈ ਸਵਾਲ ਜਵਾਬ ਨਹੀਂ, ਉਹ ਤਾਂ ਨਾਲ ਚਲੇਗਾ ਉਹਨਾਂ ਦੇ। ਮੈਂ ਪੁੱਛਿਆ ਸੀ, ਮੈਂ ਤੁਸੀਂ ਕਿੱਥੇ ਲੈ ਕੇ ਜਾਂਦੇ ਹੋ? ਕਹਿੰਦੇ ਵੀ ਇਹਨਾਂ ਨਾਲ ਪੁੱਛ ਗਿੱਛ ਕਰਨੀ, ਅਸੀਂ ਮਲੌਦ ਥਾਣੇ 'ਚ ਲੈ ਕੇ ਜਾਂਦੇ ਹਾਂ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਇਹ ਤੁਹਾਨੂੰ ਕਿੰਨੀ ਤਰੀਕ ਨੂੰ ਪਤਾ ਲੱਗਦਾ ਕਿ ਸ਼ਹੀਦ ਕਰ ਦਿੱਤਾ ਗਿਆ? ਹਾਂਜੀ 6/10/93 ਨੂੰ ਲੈ ਕੇ ਗਏ ਸੀ ਵੀਰ ਜੀ ਘਰੋਂ ਉਹ, ਤੇ 12/13 ਦੀ ਰਾਤ ਨੂੰ ਮੁਕਾਬਲਾ ਬਣਾ ਕੇ ਉਹਨਾਂ ਨੇ 14 ਦੀ ਅਖਬਾਰ 'ਚ ਖਬਰ ਆ ਗਈ ਸੀਗੀ ਉਹਨਾਂ ਦੀ, ਤੇ ਖਬਰ ਸਾਨੂੰ ਮਿਲ ਗਈ ਸੀਗੀ। ਅਸੀਂ ਪੜ੍ਹ ਲਿਆ ਅਖਬਾਰ, ਉਹਦੇ ਵਿੱਚ ਲਿਖਿਆ ਹੋਇਆ ਸੀ ਪੰਜਾਬ ਦਾ ਖਾੜਕੂ ਯੂਪੀ 'ਚ ਹਲਾਕ। ਹਰਜੀਤ ਸਿੰਘ ਲੁਧਿਆਣੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਉਹ ਮੁਕਾਬਲੇ ਦੌਰਾਨ ਮਾਰਿਆ ਗਿਆ। ਇੰਨੀ ਕੁ ਖਬਰ ਸੀ ਵੀਰ, ਮੈਂ ਪੜ੍ਹੀ ਆਪ ਖੁਦ। ਜਦੋਂ ਤੁਸੀਂ ਖਬਰ ਪੜ੍ਹੀ ਆ ਕਿ ਉਹਦੇ ਵਿੱਚ ਲਿਖਿਆ ਗਿਆ ਕਿ ਖਾੜਕੂ, ਪਰ ਤੁਸੀਂ ਸਮਝਦੇ ਹੋ ਕਿ ਉਸ ਟਾਈਮ ਖਾੜਕੂ ਜਥੇਬੰਦੀਆਂ ਨਾਲ ਕਿਤੇ ਨਾ ਕਿਤੇ ਇਸ ਚੀਜ਼ ਦਾ ਸੰਬੰਧ ਹੈਗਾ ਸੀ ਕਿ ਜਾਂ ਨਾ ਹੀ ਹਰਜੀਤ ਸਿੰਘ ਹੁਣੀ ਇੱਦਾਂ ਦੇ ਹਾਲਾਤਾਂ ਦੇ ਵਿੱਚ ਨਹੀਂ ਸੀ? ਨਹੀਂ ਵੀਰ ਜੀ, ਹੈ ਨਹੀਂ ਸੀਗਾ। ਉਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਸੀ, ਪਾਠ ਕਰਦੇ ਸੀ, ਗੁਰਦੁਆਰੇ ਜਾਂਦੇ ਸੀ, ਆਪਦਾ ਜੀਵਨ ਬਤੀਤ ਸਿੱਖੀ ਦੇ ਹਿਸਾਬ ਨਾਲ ਕਰਦੇ ਸੀ। ਉਹ ਹਿਸਾਬ ਦੇ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਸੀ। ਹਾਂਜੀ, ਸ਼ੱਕ ਦੇ ਤੌਰ ਤੇ ਬਸ ਸਿਰ ਚੱਕ ਕੇ ਲੈ ਗਏ? ਹਾਂਜੀ, ਅੰਮ੍ਰਿਤ ਛਕਿਆ ਹੋਇਆ ਸੀਗਾ, ਤਾਂ ਕਰਕੇ ਵੀ ਪਾਠ ਕਰਦਾ, ਅੰਮ੍ਰਿਤ ਛਕਿਆ ਹੋਇਆ ਵਾ, ਇਸ ਆਧਾਰ ਤੇ ਹੀ ਲੈ ਗਏ ਚੱਕ ਕੇ ਵੀਰ ਜੀ ਉਹਨੂੰ। ਉਸ ਤੋਂ ਬਾਅਦ ਜਦੋਂ ਹਰਜੀਤ ਸਿੰਘ ਉਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ ਆ, ਤੁਹਾਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਤੁਸੀਂ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ ਕੇਸ ਫਾਈਲ ਕਰਦੇ ਹੋ, ਤੇ ਘਰ ਦੇ ਹਾਲਾਤ ਸੀ ਜਿਹੜੇ ਉਹ ਕਿੱਦਾਂ ਦੇ ਰਹੇ? ਤੇ ਫਿਰ ਤੁਸੀਂ ਘਰ ਇਸ ਟਾਈਮ ਰਹਿੰਦੇ ਹੋ? ਹਾਂਜੀ ਵੀਰ ਜੀ, ਮੈਂ ਉੱਥੇ ਹੀ ਰਿਹਾ ਆਪਦੇ ਮਾਂ-ਬਾਪ ਦੇ ਨਾਲ, ਉੱਥੇ ਹੀ ਆਪਦੀ ਜ਼ਿੰਦਗੀ ਬਤੀਤ ਕਰੀ ਆ ਸਾਰੀ, ਮਾਂ-ਬਾਪ ਦੇ ਨਾਲ ਸਾਂਭਿਆ ਇਹਨਾਂ ਨੂੰ। ਤੇ ਬਹੁਤ ਜਾਣੀ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਤੁਹਾਨੂੰ ਵੀ ਕਿੱਦਾਂ ਦੀ ਜ਼ਿੰਦਗੀ ਬਤੀਤ ਕਰੀ ਹੈ। ਹਾਂਜੀ, ਕਿਤੇ ਨਾ ਕਿਤੇ ਜਦੋਂ ਮਤਲਬ ਲੈ ਕੇ ਜਾਂਦੇ ਆ ਘਰ ਤੋਂ, ਘਰ ਦੇ ਹਾਲਾਤ ਜਿਹੜੇ ਹੈਗੇ ਨੇ ਰਿਤਾਂ ਹੁੰਦੇ ਆ, ਉਸ ਟਾਈਮ ਤੁਹਾਨੂੰ ਵੀ ਕਾਫੀ ਮੁਸ਼ਕਲਾਂ ਆਈਆਂ ਹੋਣਗੀਆਂ? ਘਰੇ ਤੁਸੀਂ ਰਹਿੰਦੇ ਹੋਵੋਗੇ ਕਿ ਇਸ ਚੀਜ਼ ਦੌਰਾਨ, ਇਸ ਦੌਰਾਨ ਜਿਹੜੀਆਂ ਮੁਸ਼ਕਲਾਂ ਆਈਆਂ ਉਹਦਾ ਬਾਰੇ ਦੱਸੋਗੇ ਕੁਝ? ਹਾਂਜੀ ਵੀਰ ਜੀ, ਮੁਸ਼ਕਲਾਂ ਬਹੁਤ ਆਉਂਦੀਆਂ ਸੀ। ਪੁਲਿਸ ਵਾਲੇ ਆਉਂਦੇ ਜਾਂਦੇ ਰਹਿੰਦੇ ਸੀ, ਡਰਾਉਂਦੇ ਧਮਕਾਉਂਦੇ ਸੀਗੇ ਸਾਨੂੰ, ਅਸੀਂ ਡਰਦੇ ਨਹੀਂ ਸੀਗੇ ਜੀ। ਅਸੀਂ ਘਰੇ ਹੀ, ਮੈਂ ਆਪਦੇ ਮਾਂ ਕੋਲੇ, ਬਾਪੂ ਕੋਲੇ, ਇਹਨਾਂ ਕੋਲੇ ਹੀ ਰਹਿੰਦਾ ਰਿਹਾ ਵਾਂ, ਤੇ ਅਸੀਂ ਡਰੇ ਨਹੀਂ ਹੈਗੇ ਵੀਰ ਜੀ। ਹਾਂਜੀ, ਜਦੋਂ ਮਤਲਬ ਘਰ ਵੀ ਪੁਲਿਸ ਆਉਂਦੀ ਹੋਣੀ ਆ, ਤੇ ਤੁਹਾਨੂੰ ਵੀ ਕੋਈ ਧਮਕੀ ਦੇ ਕੇ ਜਾਂਦੇ ਸੀ? ਜੀ ਧਮਕੀ ਦਿੰਦੇ ਸੀ ਵੀ ਚੱਕ ਦਾਂਗੇ, ਤੁਹਾਨੂੰ ਮਾਰ ਦਾਂਗੇ, ਵੀ ਤੁਸੀਂ ਸਾਡਾ ਕੇਸ ਵਾਪਸ ਲਵੋ, ਜਾਂ ਬਾਪੂ ਨੂੰ ਚੱਕ ਕੇ ਲੈ ਜਾਂਦੇ ਸੀ। ਮੈਨੂੰ ਵੀ ਡਰਾਉਂਦੇ ਧਮਕਾਉਂਦੇ ਦੀ, ਗੋਲੀਆਂ ਲੈ ਕੇ ਖੜ ਜਾਂਦੇ ਸੀਗੇ ਸਾਹਮਣੇ, ਪਰ ਅਸੀਂ ਡਰੇ ਨਹੀਂ ਹੈਗੇ ਵੀਰ ਜੀ। ਇਸ ਤਰ੍ਹਾਂ ਤੁਹਾਨੂੰ ਤਾਂ ਨਹੀਂ ਕਿਤੇ ਥਾਣੇ ਲਿਜਾਇਆ ਗਿਆ? ਨਹੀਂ ਵੀਰ ਜੀ, ਮੈਨੂੰ ਲੈ ਕੇ ਨਹੀਂ ਗਏ ਸੀ। ਨਹੀਂ, ਮਾਤਾ ਜੀ ਹੁਣਾਂ ਨੂੰ? ਮਾਤਾ ਜੀ ਨੂੰ ਵੀ ਨਹੀਂ ਲੈ ਕੇ ਗਏ ਸੀ। ਹਾਂਜੀ, ਤੇ ਜਦੋਂ ਘਰ ਆਉਂਦੇ ਸੀ, ਘਰ ਡਰਾਉਂਦੇ ਧਮਕਾਉਂਦੇ ਸੀ, ਤੇ ਉਸ ਤੋਂ ਬਾਅਦ ਫਿਰ ਮਤਲਬ ਚਲੇ ਜਾਂਦੇ ਸੀ ਇਹ ਡਰਾ ਧਮਕਾ ਕੇ? ਹਾਂਜੀ ਵੀਰ ਜੀ, ਫਿਰ ਚਲੇ ਜਾਂਦੇ ਸੀ, ਡਰਾ ਧਮਕਾ ਕੇ ਚਲੇ ਜਾਂਦੇ ਸੀ। ਕੋਈ ਮਾਰ ਕੁਟਾਈ ਜਾਂ ਕੁਛ ਕੋਈ ਇਹ ਤਾਂ ਨਹੀਂ ਕਰਦੇ? ਨਹੀਂ ਵੀਰ ਜੀ, ਮਾਰ ਕਟਾਈ ਕੁਛ ਨਹੀਂ ਕਰੀ। ਪਿੰਡ ਵੱਲੋਂ ਸਾਥ ਦਿੱਤਾ ਗਿਆ ਉਸ ਟਾਈਮ ਕਿ ਨਹੀਂ ਤੁਹਾਡਾ ਸਾਥ ਦਿੱਤਾ ਗਿਆ? ਪਿੰਡ ਵੱਲੋਂ ਹਾਂਜੀ, ਸਰਪੰਚ ਸਾਹਿਬ ਰਘਵੀਰ ਸਿੰਘ ਸਾਰਨਮਾਰਾ ਉਹ ਸਾਥ ਦਿੰਦੇ ਸੀ। ਬਾਕੀ ਪਿੰਡ ਦੇ ਵੀ ਬੰਦੇ ਜਿਹੜੇ ਨਾਲ ਜਾਂਦੇ ਸੀ, ਲੰਬੜਦਾਰ ਵਗੈਰਾ ਵਗੈਰਾ, ਸਾਰੇ ਦਿੰਦੇ ਸੀਗੇ ਜੀ ਸਾਥ। ਹਾਂਜੀ, ਸਾਰਿਆਂ, ਹਾਂਜੀ ਸਾਰਿਆਂ ਨੇ ਗਵਾਹੀਆਂ, ਪੰਚਾਇਤਾਂ ਨੇ ਸਾਰਾ ਕੁਝ ਕਰਿਆ ਜੀ, ਸਾਥ ਦਿੰਦੇ ਸੀ, ਤਾਂ ਹੀ ਇੱਥੇ ਤੱਕ ਕੰਮ ਪਹੁੰਚ ਗਿਆ। ਹਾਂਜੀ, ਤੇ ਘਰ ਦੇ ਹਾਲਾਤ ਵੀ ਮੈਂ ਦੇਖ ਕੇ ਆਇਆ। ਉਸ ਤੋਂ ਬਾਅਦ ਚਲੋ ਆਪਾਂ ਜੇ ਗੱਲ ਕਰੀਏ ਕਿ ਘਰ ਦੇ ਹਾਲਾਤਾਂ ਦੇ ਵਿੱਚ ਬਾਪੂ ਜੀ ਉਹਨਾਂ ਨੇ ਵੀ ਆਪਣਾ ਕੰਮ ਛੱਡਤਾ ਸੀ, ਤੇ ਉਸ ਤੋਂ ਬਾਅਦ ਜਿਹੜੀ ਹੈਗੀ ਸੀ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਾਫੀ ਕਰਨਾ ਪਿਆ, ਤੇ ਫਿਰ ਜਿਹੜਾ ਘਰ ਦਾ ਗੁਜ਼ਾਰਾ ਸੀ ਉਹ ਕਿੱਦਾਂ ਚੱਲਦਾ ਸੀ? ਉਹ ਬਸ ਜੀ ਮਾੜਾ ਮੋਟਾ ਘਰ ਦੇ ਕੰਮ ਕਰੀ ਜਾਂਦੇ ਸੀ। ਮੈਂ ਜਾਂਦਾ ਸੀ, ਬੱਲੀਆਂ ਬੁੱਲੀਆਂ ਚੁਗ ਲਿਆਉਂਦੇ ਸੀ, ਡੱਕੇ ਡੁੱਕੇ ਲੈ ਆਉਂਦੇ ਸੀਗੇ ਬਾਹਰੋਂ ਆਪ ਸਾਰਾ ਕੁਝ। ਬਾਕੀ ਥੋੜਾ ਬਹੁਤਾ ਮੇਰੇ ਘਰ ਵਾਲਾ ਮੈਨੂੰ ਥੋੜਾ ਬਹੁਤਾ ਸੌਦੇ ਪੱਤਿਆਂ ਨੂੰ ਪਾਣੀ, ਸੌਦਾ ਪਾਣੀ ਚੱਲੀ ਜਾਂਦਾ ਸੀਗਾ, ਬਸ ਇਦਾਂ ਹੀ ਆਪਦਾ ਟਾਈਮ ਪੂਰਾ ਕਰਿਆ ਜੀ। ਤੁਸੀਂ ਵਿਆਹ ਤੋਂ ਬਾਅਦ ਵੀ ਉੱਥੇ ਹੀ ਰਹੇ? ਹਾਂਜੀ, ਮੈਂ ਆਪਦੇ ਵਿਆਹ ਤੋਂ ਬਾਅਦ ਸਾਰੀ ਜ਼ਿੰਦਗੀ ਉੱਥੇ ਹੀ ਬਤੀਤ ਕਰੀ ਹੈ ਜੀ। ਹਾਂਜੀ, ਮਾਂ-ਬਾਪ ਦੇ ਨਾਲ। ਜਦੋਂ ਤੁਹਾਡੇ ਵਿਆਹ ਬਾਰੇ ਕੋਈ ਗੱਲ ਹੋਈ ਹੋਣੀ ਆ, ਤਾਂ ਉਸ ਟਾਈਮ ਵੀ ਕਿਤੇ ਨਾ ਕਿਤੇ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਣਾ, ਤੁਹਾਡੇ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਣਾ ਕਿ ਹਰਜੀਤ ਸਿੰਘ ਦੇ ਭੈਣ ਨੇ ਜਾਂ ਇਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਹੋਣਗੀਆਂ ਜੀ? ਹਾਂਜੀ ਹਾਂਜੀ ਵੀਰ ਜੀ, ਮੁਸ਼ਕਲਾਂ ਦਾ ਸਾਹਮਣਾ ਫਿਰ ਤੁਹਾਨੂੰ ਪਤਾ ਹੀ ਹੈ, ਕਰਨਾ ਹੀ ਪੈਂਦਾ। ਹਾਂਜੀ ਹਾਂਜੀ। ਤੇ ਫਿਰ ਉਸ ਟਾਈਮ ਜਦੋਂ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਹੈ ਉੱਥੇ ਗੁਜ਼ਾਰੀ ਮਾਂ-ਬਾਪ ਨਾਲ ਰਹਿ ਕੇ, ਤੇ ਫਿਰ ਮਾਤਾ ਜੀ ਹੁਣੀ ਕਦੋਂ ਸਵਰਗਵਾਸ ਹੋਏ ਨੇ ਜੀ? ਮਾਤਾ ਜੀ ਤਾਂ ਹੁਣ 17 ਚ ਸਵਰਗਵਾਸ ਹੋ ਗਏ ਸੀ, ਮੇਰੇ ਕੋਲ ਹੀ ਆ ਕੇ ਹੋਏ ਨੇ ਉਰੇ। ਉਹਨਾਂ ਦਾ ਚੂਲਾ ਟੁੱਟ ਗਿਆ ਸੀਗਾ, ਤੇ ਮੈਂ ਉਰੇ ਸੀ, ਬੱਚੇ ਪੜ੍ਹਦੇ ਸੀ, ਫਿਰ ਮੈਂ ਤਾਂ ਜਾਂਦਾ ਸੀ, ਜਾਣੀ 5-4 ਦਿਨ ਉਰੇ ਰਹਿੰਦਾ ਸੀ, ਵੱਧ ਇਹਨਾਂ ਕੋਲੇ ਸਮਾਂ ਬਤੀਤ ਕਰਦਾ ਸੀਗਾ ਜਦੋਂ ਬੱਚੇ ਪੜ੍ਹਨ ਲੱਗ ਗਏ ਸੀ। ਪਹਿਲਾਂ ਇਹਨਾਂ ਕੋਲ ਹੀ ਰਿਹਾ, ਜਦੋਂ ਤਾਂ ਬੱਚਾ ਮੇਰੇ ਹੋਇਆ ਵੀ ਨਹੀਂ ਸੀ, ਉਹ ਗੁੱਡੀਆ ਹੋਣ ਵਾਲੀ ਸੀ, ਉੱਥੇ ਗਿਆ ਹੋਇਆ ਸੀ ਮੈਂ ਵਿਦਾ ਹੋ ਕੇ। ਜਦੋਂ ਭਰਾ ਨੂੰ ਲੈ ਕੇ ਗਏ ਨੇ ਉਦੋਂ 7ਵੇਂ ਮਹੀਨੇ ਮੈਂ ਉੱਥੇ ਗਿਆ ਹੋਇਆ ਸੀਗਾ, ਤੇ ਉਦੋਂ ਬਾਅਦ ਬੱਚੇ ਫਿਰ ਉਹ ਹੈ ਨਹੀਂ ਸੀ, ਉੱਥੇ ਆਪਦੀ ਜ਼ਿੰਦਗੀ ਬਤੀਤ ਕਰੀ ਹੈ ਵੀਰ ਜੀ। ਮਾਤਾ ਜੀ ਹੁਣੀ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਹੋਣਗੇ, ਕੀ ਗੱਲਾਂ ਕਰਦੇ? ਮੈਂ ਮਾਤਾ ਜੀ ਨੂੰ ਆਪਦੇ ਪੂਰਾ ਸਾਂਭਿਆ, ਹੁਣ ਤੱਕ ਵੀ ਸਾਂਭਦਾ ਰਿਹਾ। ਇੱਥੇ ਆ ਕੇ ਉਹ 17 ਚ ਉਹ ਸਵਰਗਵਾਸ ਹੋਏ ਨੇ ਮੇਰੇ ਕੋਲ, ਜਿੰਨੀ ਸੇਵਾ ਹੋ ਸਕੀ ਮੈਂ ਉਹਨਾਂ ਦੀ ਕੀਤੀ ਆ, ਆਪਰੇਸ਼ਨ ਕਰਾਏ ਨੇ ਉਹਨਾਂ ਦੇ, ਬਾਕੀ ਉਹਨਾਂ ਨੂੰ ਸਾਂਭਿਆ ਜਿੰਨਾ ਵੀ ਹੋ ਸਕਿਆ, ਜਾਣ ਨਹੀਂ ਦਿੱਤਾ। ਪਰ ਜਦੋਂ ਉਹਨਾਂ ਨੂੰ
ਆਪਦਾ ਸਰੀਰ ਨੇ ਸਾਥ ਨਹੀਂ ਦਿੱਤਾ, ਫਿਰ ਉਹ ਚਲੇ ਗਏ। ਹਾਂਜੀ। ਤੇ ਜਦੋਂ ਮਤਲਬ ਮਾਤਾ ਜੀ ਹੁਣੀ ਤੁਹਾਡੇ ਨਾਲ ਬੈਠਦੇ ਹੁੰਦੇ ਤਾਂ ਗੱਲਾਂ ਬਾਤਾਂ ਕਰਦੇ ਹੋਣਗੇ, ਹਰਜੀਤ ਦੇ ਬਾਰੇ ਕੁਝ ਕਹਿੰਦੇ ਹੋਣਗੇ ਤਾਂ? ਹਾਂਜੀ, ਬਹੁਤ ਗੱਲਾਂ ਬਾਤਾਂ ਕਰਦੇ ਹੁੰਦੇ ਸੀ। ਮੈਂ ਉਹਨਾਂ ਨੂੰ ਯਾਦ ਨਹੀਂ ਆਉਣ ਦਿੱਤਾ ਸੀ ਕੁਛ ਵੀ। ਆ ਬੱਚੇ ਉੱਥੇ ਛੱਡੇ ਰੱਖੇ ਨੇ, ਮੈਂ ਆਪਦੇ ਆ ਗੁੜੀਆ ਉੱਥੇ ਹੀ ਰਹਿੰਦੀ ਰਹੀ ਆ। ਮੈਂ ਕਹਿੰਦੀ ਸੀ ਵੀ ਬੱਚਿਆਂ 'ਚ ਇਹਨਾਂ ਦਾ ਮਨ ਲੱਗਿਆ ਰਹੇ। ਅਸੀਂ ਉਧਰ ਨੂੰ ਉਹਨਾਂ ਦਾ ਦਿਮਾਗ ਜਾਣ ਹੀ ਨਹੀਂ ਦਿੱਤਾ ਸੀਗਾ। ਅਸੀਂ ਉਹਨਾਂ ਨੂੰ ਹੋਰ ਹੀ ਪਾਸੇ ਹਸਾਉਂਦੇ ਰਹਿੰਦੇ ਸੀ ਸਾਰੀ ਦਿਹਾੜੀ, ਜਿਵੇਂ ਇਹਨਾਂ ਨੂੰ ਕੁਛ ਹੋ ਨਾ ਜਾਵੇ। ਫਿਰ ਵੀ ਅੱਜ ਤੁਹਾਨੂੰ ਜਿੱਦਾਂ ਹਰਜੀਤ ਸਿੰਘ ਦੇ ਬਾਰੇ ਕੋਈ ਗੱਲਾਂ ਯਾਦ ਆਉਂਦੀਆਂ ਹੋਣਗੀਆਂ ਕਿ ਬਚਪਨ ਦੇ ਵਿੱਚ ਤੁਸੀਂ ਇਕੱਠੇ ਰਹੇ ਹੋ ਕਾਫੀ ਟਾਈਮ, ਤੇ ਕੁਝ ਗੱਲਾਂ ਯਾਦ ਨੇ ਤੁਹਾਨੂੰ ਹਰਜੀਤ ਸਿੰਘ? ਹਾਂਜੀ ਵੀਰ ਜੀ, ਯਾਦ ਨੇ। ਹੱਸਦੇ ਖੇਡਦੇ ਹੁੰਦੇ ਸੀ, ਬਹੁਤ ਕੁਛ ਯਾਦ ਆ। ਕੋਈ ਇਦਾਂ ਦੀ ਗੱਲ ਹੋਵੇ ਜਿਹੜੀ ਅੱਜ ਵੀ ਤੁਹਾਨੂੰ ਯਾਦ ਹੋਵੇ, ਉਹ ਤੜਫਾਉਂਦੀ ਹੋਵੇ ਕਿ ਹਾਂਜੀ ਹਰਜੀਤ ਸਿੰਘ ਮੇਰਾ ਭਰਾ ਨੂੰ ਝੂਠੇ ਮੁਕਾਬਲੇ 'ਚ ਪੁਲਿਸ ਵੱਲੋਂ ਸ਼ਹੀਦ ਕਰ ਦਿੱਤਾ ਗਿਆ? ਹਾਂਜੀ ਹਾਂਜੀ ਵੀਰ ਜੀ, ਝੂਠੇ ਪੁਲਿਸ ਮੁਕਾਬਲੇ 'ਚ ਹੀ ਉਹ ਕਰਿਆ ਵਾ। ਜਦੋਂ ਮੇਰਾ ਵਿਆਹ ਹੋਇਆ, ਮੈਂ ਪਹਿਲੀ ਵਾਰੀ ਗਿਆ ਸੀ ਉੱਥੇ, ਤੇ ਮੂਹਰੇ ਆ ਕੇ ਮਿਲਿਆ, ਮੈਨੂੰ ਹੱਥ ਮਿਲਾਇਆ, ਮੈਂ ਇਦਾਂ। ਤੇ ਉਹ ਗੱਲ ਕਦੇ ਭੁੱਲ ਨਹੀਂ ਸਕਦੀ ਹੈਗੀ ਵੀਰ ਜੀ ਨੂੰ। ਉਸ ਤੋਂ ਬਾਅਦ ਕੋਈ ਗੱਲ ਪਤਾ ਨਹੀਂ। ਸੋ ਇਹ ਸਨ ਹਰਜੀਤ ਦੇ ਭੈਣ ਜੀ, ਜਿਨ੍ਹਾਂ ਨੇ ਦੱਸਿਆ ਕਿ ਉਹ ਉਸ ਤੋਂ ਵਿਆਹ ਤੋਂ ਬਾਅਦ ਵੀ ਉੱਥੇ ਜਾ ਕੇ ਰਹਿੰਦੇ ਰਹੇ ਨੇ, ਮਾਂ-ਬਾਪ ਦੀ ਸੇਵਾ ਕਰਦੇ ਨੇ, ਤਾਂ ਕਿ ਜਿੱਥੇ ਹਰਜੀਤ ਨੇ ਮਾਂ-ਬਾਪ ਦਾ ਸਹਾਰਾ ਬਣਨਾ ਸੀ, ਉੱਥੇ ਇਹ ਭੈਣ ਜੀ ਆਪਣਾ ਘਰ-ਬਾਰ ਛੱਡ ਕੇ ਉਹ ਉੱਥੇ ਰਹਿੰਦੇ ਨੇ ਰਹੇ। ਮਾਤਾ ਜੀ ਉਹਨਾਂ ਦਾ ਜਿਹੜਾ ਹੈਗਾ ਸੀ ਰੋਟੀ ਪਾਣੀ ਸਾਰਾ ਪ੍ਰਬੰਧ ਕਰਦੇ ਸੀ, ਤੇ ਜਿੱਥੇ ਹਰਜੀਤ ਦੇ ਪਰਿਵਾਰ ਨੇ ਉਹਨਾਂ ਨੂੰ ਸਾਂਭਣਾ ਸੀ ਮਾਤਾ ਜੀ ਉਹਨਾਂ ਨੂੰ, ਤਾਂ ਇਹ ਭੈਣ ਜੀ ਨੇ ਉੱਥੇ ਡਟ ਕੇ ਸਾਥ ਦਿੱਤਾ। ਤੇ ਤੁਸੀਂ ਕੇਸ ਦੇ ਵਿੱਚ ਵੀ ਮਤਲਬ ਕਾਫੀ ਵਾਰੀ ਜਾਂਦੇ ਰਹੇ ਹੋਵੋਗੇ ਤੇ ਗਵਾਹੀਆਂ ਦਿੱਤੀਆਂ ਹੋਣਗੀਆਂ? ਹਾਂਜੀ ਵੀਰ ਜੀ, ਮੈਂ CBI ਦੇ ਅਦਾਲਤ 'ਚ ਜਦੋਂ CBI ਨੇ ਇਨਕੁਆਇਰੀਆਂ ਕਰੀਆਂ ਨੇ, ਹੋਰ ਸਾਰੀਆਂ, ਮੈਂ ਆਪਦੇ ਬਾਪੂ ਦੇ ਨਾਲ ਜਾਂਦਾ ਹੁੰਦਾ ਸੀ ਵੀਰ ਜੀ। ਹਾਂਜੀ, ਪਟਿਆਲੇ ਵੀ ਦੇ ਕੇ ਆਇਆ ਜੀ, ਸਾਰਾ ਕੁਛ ਜਿੱਥੇ ਸੱਦਦੇ ਸੀ ਅਸੀਂ ਜਾਂਦੇ ਸੀ ਵੀਰ ਜੀ, ਅਸੀਂ ਡਰਦੇ ਨਹੀਂ ਹੈਗੇ। ਉਸ ਟਾਈਮ ਤੁਹਾਡੇ ਪਰਿਵਾਰ ਵੱਲੋਂ ਇੱਕ ਤਾਂ ਮਾਤਾ ਜੀ ਹੁਣੀ ਹੋ ਗਏ, ਤੇ ਇਧਰ ਪਰਿਵਾਰ ਵੱਲੋਂ ਕੋਈ ਮੁਸ਼ਕਲ ਦਾ ਸਾਹਮਣਾ ਤਾਂ ਨਹੀਂ ਆਇਆ ਕਿ ਕਿਸੇ ਨੇ ਕਿਹਾ ਹੋਵੇ ਕਿ ਤੁਸੀਂ ਨਹੀਂ ਜਾਣਾ ਜਾਂ ਇਦਾਂ ਦੇ? ਹਾਂਜੀ ਨਹੀਂ ਵੀਰ ਜੀ, ਇੱਧਰ ਮੈਨੂੰ ਕੋਈ ਗੱਲਬਾਤ ਨਹੀਂ ਹੋਈ ਸੀ। ਮੈਂ ਇਹਨਾਂ ਨੂੰ ਕਹਿਤਾ ਸੀ ਵੀ ਮੈਂ ਆਪਦੇ ਮਾਂ-ਬਾਪ ਨੂੰ ਸਾਂਭਣਾ, ਤੁਸੀਂ ਆਓ ਚਾਹੇ ਨਾ ਆਓ, ਮੇਰੀ ਜ਼ਿੰਦਗੀ ਮੈਂ ਆਪਦੇ ਮਾਂ-ਬਾਪ ਨੂੰ ਸਾਂਭਣਾ, ਮੈਨੂੰ ਕਿਸੇ ਦੀ ਜ਼ਿੰਦਗੀ ਦਾ ਕੋਈ ਹੁਣ ਤੱਕ ਹੈ ਨਹੀਂਗਾ ਵੀਰ ਜੀ। ਹਾਂਜੀ। ਤੁਹਾਨੂੰ ਹੁਣ ਵੀ ਅਫਸੋਸ ਤਾਂ ਹੈਗਾ ਕਿ ਕਿਤੇ ਨਾ ਕਿਤੇ ਜਿਹੜਾ ਉਦੋਂ ਝੂਠਾ ਮੁਕਾਬਲਾ ਬਣਾ ਕੇ ਪੁਲਿਸ ਵੱਲੋਂ ਮਾਰ ਦਿੱਤਾ ਗਿਆ ਸੀ ਹਰਜੀਤ ਸਿੰਘ ਨੂੰ, ਤੇ ਉਹਦਾ ਚੀਜ਼ ਦਾ ਅਫਸੋਸ ਹੈ ਕਿ ਉਸ ਟਾਈਮ ਕਿੰਨੇ ਜਿਹੜੇ ਲੜਕੇ ਸੀ, ਨੌਜਵਾਨ ਸੀ, ਉਹ ਸ਼ਹੀਦ ਕਰ ਦਿੱਤੇ ਗਏ ਸੀ? ਹਾਂਜੀ ਵੀਰ ਜੀ, ਉਹ ਬਹੁਤ 25-30 ਹਜ਼ਾਰ ਮੁੰਡਾ ਇਹਨਾਂ ਨੇ ਨਜਾਇਜ਼, ਵਿਚਾਰੇ ਨਿਰਦੋਸ਼ ਚੱਕ ਕੇ ਜਿਨ੍ਹਾਂ ਦੇ ਅੰਮ੍ਰਿਤ ਛਕੇ ਹੋਏ ਸੀ, ਉਹ ਮਾਰੇ ਨੇ ਜੀ। ਬਹੁਤ ਦੁੱਖ ਵਾਲੀ ਗੱਲ ਆ ਜੀ। ਜਿਵੇਂ ਅਸੀਂ ਬੈਠੇ ਆਪਦੇ ਭਰਾ ਨੂੰ ਤਰਸਦੇ ਹਾਂ, ਉਵੇਂ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਤਰਸਦੇ ਹੋਣਗੇ। ਉਸ ਟਾਈਮ ਤੁਹਾਡੇ ਨਾਲ ਕੋਈ ਹਰਜੀਤ ਸਿੰਘ ਹੁਣੀ ਗੱਲਬਾਤ ਕਰਦੇ ਹੋਣਗੇ ਕਿ ਅੰਮ੍ਰਿਤ ਛਕੇ ਬਾਰੇ, ਜਿੱਦਾਂ ਬਾਪੂ ਜੀ ਉਹਨਾਂ ਨੇ ਦੱਸਿਆ ਕਿ ਉਹ ਉਹਨਾਂ ਨੂੰ ਰੋਕਦੇ ਸੀ ਕਿ ਤੁਸੀਂ ਅੰਮ੍ਰਿਤ ਨਾ ਛਕੋ, ਤੇ ਇਸ ਚੀਜ਼ ਤੋਂ ਤੁਹਾਡੇ ਨਾਲ ਗੱਲਬਾਤ ਕਰਦੇ ਹੋਣਗੇ ਕਿ ਮੈਂ ਅੰਮ੍ਰਿਤ ਕਿਉਂ ਛਕਿਆ ਹੈਗਾ? ਹਾਂਜੀ ਵੀਰ ਜੀ, ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਵੀ ਅੰਮ੍ਰਿਤ ਛਕਿਆ ਹੋਇਆ ਭੈਣੇ ਮੇਰਾ, ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀ, ਤੇ ਹੋਰ ਕਿਤੇ ਨਹੀਂ ਜਾਣਾ, ਤੂੰ ਮੱਥਾ ਗੁਰਦੁਆਰੇ, ਤੈਨੂੰ ਸਾਰਾ ਕੁਝ ਮਿਲੂਗਾ, ਜਿਹੜਾ ਕੁਝ ਮੰਗੇਂਗੀ ਤੂੰ, ਵੀ ਤੈਂ ਹੋਰ ਕਿਤੇ ਨਹੀਂ ਜਾਣਾ, ਵੀ ਤੂੰ ਮੱਥਾ ਗੁਰਦੁਆਰੇ ਹੀ ਟੇਕਣਾ ਜਾ ਕੇ। ਹਾਂਜੀ, ਮਤਲਬ ਇਹੀ ਗੱਲਾਂ ਕਰਦੇ ਸੀ ਕਿ ਤੁਸੀਂ ਸਿੱਖੀ ਦੇ ਨਾਲ ਜੁੜ ਕੇ ਰਹਿਣਾ? ਇਹਦੇ ਨਾਲ ਜੁੜ ਕੇ ਰਹਿਣਾ। ਹਾਂਜੀ, ਅਸੀਂ ਹੋਰ ਕਿਸੇ ਜਾਂਦੇ ਨਹੀਂ ਹੈਗੇ ਵੀਰ ਜੀ, ਅਸੀਂ ਗੁਰਦੁਆਰੇ ਹੀ ਜਾਂਦੇ ਹਾਂ, ਅਸੀਂ ਮੱਥਾ ਟੇਕਦੇ ਹਾਂ, ਸਾਨੂੰ ਵਿਸ਼ਵਾਸ ਗੁਰਦੁਆਰੇ ਤੇ ਹੀ ਆ, ਹੋਰ ਸਾਨੂੰ ਕਿਸੇ ਤੇ ਵਿਸ਼ਵਾਸ ਨਹੀਂ ਹੈਗਾ ਵੀਰ। ਤੇ ਉਸ ਤੋਂ ਬਾਅਦ ਜਿਹੜੀ ਹੁਣ ਸਜ਼ਾ ਹੈਗੀ ਆ, ਉਹ ਸਰਕਾਰ ਵੱਲੋਂ ਮਾਫ ਕਰ ਦਿੱਤੀ ਗਈ ਆ, ਪੰਜਾਬ ਸਰਕਾਰ, DGP ਤੇ ਪੰਜਾਬ ਦੇ ਰਾਜਪਾਲ ਵੱਲੋਂ, ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ, ਕਿਸ ਨਜ਼ਰੀਏ ਨਾਲ ਦੇਖਦੇ ਹੋ? ਹਾਂਜੀ ਵੀਰ ਜੀ, ਇਹ ਬਹੁਤ ਉਹਨਾਂ ਨੇ ਸਾਡੇ ਨਾਲ ਧੱਕਾ ਕਰਿਆ, ਤੇ ਇਹ ਗਲਤ ਕੀਤਾ ਉਹਨਾਂ ਨੇ। ਸਜ਼ਾ ਦੇ ਕੇ ਉਹਨਾਂ ਨੂੰ ਮਾਫ ਕਰਕੇ ਪੁਲਿਸ ਵਾਲਿਆਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਜਾਵੇ, ਸਖਤ ਤੋਂ ਸਖਤ ਸਜ਼ਾ ਦਿੱਤੀਆਂ ਜਾਣ। ਜੇ ਆਪਦਾ ਕੇਸ ਵਾਪਸ ਲਿਆ ਜਾਵੇ, ਜੇ ਨਹੀਂ ਲੈਣਗੇ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ ਵੀਰ ਜੀ, ਅਸੀਂ ਡਟ ਕੇ ਮੁਕਾਬਲਾ ਕਰਾਂਗੇ, ਅਸੀਂ ਡਰਦੇ ਤਾਂ ਹੈ ਨਹੀਂ ਵੀਰ ਜੀ। ਮਤਲਬ ਜੇ ਉਹਨਾਂ ਵੱਲੋਂ ਕਿਸੇ ਵੱਲੋਂ ਵੀ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਤੁਹਾਡੇ ਵੱਲੋਂ ਦੁਬਾਰਾ ਫਿਰ ਕੇਸ ਨੂੰ ਸੁਪਰੀਮ ਕੋਰਟ ਜਾਵਾਂਗੇ ਵੀਰ ਜੀ, ਸੁਪਰੀਮ ਕੋਰਟ ਜਾ ਕੇ ਅਸੀਂ ਉੱਥੇ ਕੇਸ ਕਰਾਂਗੇ, ਅਪੀਲ ਕਰਾਂਗੇ, ਜਿੱਥੇ ਤੱਕ ਜਾ ਹੋਊ ਅਸੀਂ ਜਾਵਾਂਗੇ, ਅਸੀਂ ਪਿੱਛੇ ਨਹੀਂ ਹਟਦੇ ਵੀਰ ਜੀ। ਇਸ ਫੈਸਲੇ ਤੇ ਤੁਹਾਡੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੀ ਬਿਆਨ ਆਇਆ ਕਿ ਉਹ ਵੀ ਪਰਿਵਾਰ ਦੇ ਨਾਲ ਖੜੇ ਨੇ, ਤੁਹਾਡੇ ਨਾਲ ਕੋਈ ਕੰਟੈਕਟ ਹੋਇਆ ਸੁਖਬੀਰ ਸਿੰਘ ਬਾਦਲ ਹੋਣਾ ਦਾ? ਨਹੀਂ ਵੀਰ ਜੀ, ਸਾਡਾ ਸੁਖਬੀਰ ਸਿੰਘ ਬਾਦਲ ਨਾਲ ਨਹੀਂ ਹੋਇਆ ਹੈਗਾ, ਤੇ ਸੁਖਪਾਲ ਸਿੰਘ ਖਹਿਰਾ ਨੇ ਸਾਡੇ ਕੋਲ ਬੰਦੇ ਭੇਜੇ, ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ, ਤੇ ਨਾ ਹੀ ਸਾਨੂੰ ਉਹਨਾਂ ਨੇ, ਗਵਰਨਰ ਸਾਹਿਬ ਨੇ ਕਿਸੇ ਗੱਲ ਦਾ ਪਤਾ ਦਿੱਤਾ, ਪੁੱਛਿਆ ਵੀ ਸਜ਼ਾ ਮੈਂ ਮਾਫ ਕਰਦਾ ਉਹਨਾਂ ਦੀ, ਤੇ ਸੁਖਪਾਲ ਸਿੰਘ ਖਹਿਰਾ ਨੇ ਸਾਨੂੰ ਮਦਦ ਕੀਤੀ ਹੈ ਜੀ। ਹਾਂਜੀ, ਸੁਖਪਾਲ ਸਿੰਘ ਖਹਿਰਾ ਹੁਣੀ ਆਪ ਆ ਕੇ ਗਏ ਨੇ ਘਰ ਕੇ, ਜਾਂ ਉਹਨਾਂ ਦੇ ਕੋਈ? ਉਹਨਾਂ ਦੇ ਬੰਦੇ ਆਏ ਸੀਗੇ ਜੀ ਚੰਡੀਗੜ੍ਹ, ਉੱਥੋਂ ਚੰਡੀਗੜ੍ਹੋਂ, ਤੇ ਪਹਿਲਾਂ ਉਹ ਸਹਾਰਨ ਮਾਜਰੇ ਗਏ, ਫਿਰ ਵਿਚਾਰੇ ਘਰ ਪੁੱਛ ਕੇ ਘਲੋਟੀ ਆਏ, ਘਲੋਟੀ ਬਾਪੂ ਤੇ ਮੈਨੂੰ ਨਾਲ ਲੈ ਕੇ ਗਏ ਚੰਡੀਗੜ੍ਹ, ਉੱਥੇ ਵੀਡੀਓ ਕਾਨਫਰੰਸਾਂ ਕਰੀਆਂ, ਤੇ ਗਵਰਨਰ ਦੇ ਵੀ ਪੇਸ਼ ਹੋਏ, ਤੇ ਉਸ ਤੋਂ ਬਾਅਦ ਸਾਨੂੰ ਇੱਥੇ ਗੱਡੀ 'ਚ ਘਰੇ ਆ ਕੇ ਛੱਡ ਕੇ ਗਏ ਨੇ ਜੀ, ਸਾਡੀ ਪੂਰੀ ਮਦਦ ਕਰੀ ਹੈ ਜੀ। ਗਵਰਨਰ ਦੇ ਜਦੋਂ ਪੇਸ਼ ਹੋਏ ਸੀ ਤਾਂ ਉੱਥੇ ਕੀ ਗੱਲਬਾਤ ਹੋਈ, ਕਿਸੇ ਨਾਲ ਹੋਈ ਗੱਲਬਾਤ ਜਾਂ ਨਹੀਂ? ਹਾਂਜੀ, ਉਹਦੇ ਕੀ ਕਹਿੰਦੇ, ਉਹ ਸੈਕਟਰੀ ਨਾਲ ਗੱਲ ਹੋਈ ਸੀ,
ਤੇ ਉਹ ਕਾਗਜ਼ ਪਤਾ ਨਹੀਂ ਕਿਹੜਾ ਕਹਿੰਦੇ ਸੀ ਵੀ ਕਢਾਉਣਾ ਵਾ, ਉਹ ਕਹਿੰਦੇ ਵੀ ਕੱਲ੍ਹ ਨੂੰ ਕੱਢ ਆਰਡਰਾਂ ਦੀ ਕਾਪੀ, ਤੇ ਉਹ ਕਹਿੰਦੇ ਸੀ ਵੀ ਕੱਲ੍ਹ ਨੂੰ ਕੱਢ ਕੇ ਦੇਵਾਂਗੇ ਜੀ। ਹਾਂਜੀ ਇੰਨੀ ਗੱਲ ਹੋਈ ਸੀ। ਉਹ 2 ਦਿਨ ਦੀ ਰੈਸਟ ਤੇ ਚਲਿਆ ਗਿਆ ਜੀ ਗਵਰਨਰ, ਅੱਧਾ ਘੰਟਾ ਪਹਿਲਾਂ ਹੀ ਉਹ ਰੈਸਟ ਤੇ ਚਲੇ ਗਏ, 2 ਘੰਟੇ 2 ਦਿਨ ਦੀ ਛੁੱਟੀ ਤੇ। ਹਾਂਜੀ ਉਸ ਤੋਂ ਬਾਅਦ ਹੁਣ ਤੁਹਾਨੂੰ ਸੁਖਪਾਲ ਸਿੰਘ ਖਰੋਣਾ ਨੇ ਆਸ਼ਵਾਸਨ ਦਵਾਇਆ ਕਿ ਉਹ ਤੁਹਾਡੇ ਨਾਲ ਨੇ? ਹਾਂਜੀ ਉਹ ਕਹਿੰਦੇ ਅਸੀਂ ਨਾਲ ਆ, ਅਸੀਂ ਡਟ ਕੇ ਮੁਕਾਬਲਾ ਕਰਾਂਗੇ, ਜਿੱਥੇ ਤੱਕ ਹੋਊ ਅਸੀਂ ਜਾਵਾਂਗੇ। ਹਾਂਜੀ ਤੁਸੀਂ ਵੀ ਉਹਨਾਂ ਦੇ ਨਾਲ ਸਹਿਮਤ ਹੋ ਕਿ ਸੁਖਪਾਲ ਸਿੰਘ ਖਹਿਰਾ ਹੁਣੀ ਤੁਹਾਡੇ ਨਾਲ ਰਲ ਕੇ ਚੱਲ ਰਹੇ ਨੇ? ਹਾਂਜੀ ਹਾਂਜੀ ਵੀਰ ਜੀ, ਜਦੋਂ ਸਾਡੀ ਮਦਦ ਕਰਦੇ ਨੇ ਅਸੀਂ ਉਹਨਾਂ ਦੇ ਨਾਲ ਹੀ ਆ ਜੀ, ਜਿਵੇਂ ਉਹ ਕਹਿਣਗੇ ਅਸੀਂ ਉਦਾਂ ਹੀ ਕਰਾਂਗੇ। ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀਗਾ ਵੀਰ ਜੀ। ਹਾਂਜੀ ਜਿੱਦਾਂ ਹੋਰ ਵੀ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਇਹ ਹੈਗੀ ਆ ਕਿ ਜਿਹੜੀ ਨਿਊਜ਼ ਹੁਣ ਕਾਫੀ ਖਬਰ ਫੈਲ ਰਹੀ ਆ ਕਿ ਪੂਰੇ ਸੰਸਾਰ ਭਰ ਦੇ ਵਿੱਚ ਹੀ ਸੰਸਾਰ ਭਰ ਦੇ ਸਿੱਖ ਨੇ ਜਿਹੜੇ ਉਹ ਇਸ ਚੀਜ਼ ਤੇ ਨਜ਼ਰਾਂ ਟਿਕਾਏ ਬੈਠੇ ਨੇ ਕਿ ਅੱਜ ਜੇ ਇਹਨਾਂ ਬੰਦਿਆਂ ਨੂੰ ਦੋਸ਼ੀ ਬੰਦਿਆਂ ਨੂੰ ਮਾਫ ਕੀਤਾ ਜਾ ਸਕਦਾ ਤਾਂ ਕਿਤੇ ਨਾ ਕਿਤੇ ਹੋਰ ਵੀ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜਿਹੜੇ ਬੰਦ ਨੇ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਾਫ ਕਰਕੇ ਬਾਹਰ ਕੱਢ ਦਿੱਤਾ ਜਾਊਗਾ। ਤੇ ਉਸ ਚੀਜ਼ ਲਈ ਸਿੱਖ ਸੰਗਤਾਂ ਵੀ ਉਤਸੁਕ ਨੇ ਕਿ ਕੋਈ ਫੈਸਲਾ ਵੱਡਾ ਤੋਂ ਵੱਡਾ ਫੈਸਲਾ ਲਿਆ ਜਾਵੇ ਤੇ ਤੁਹਾਡੇ ਪਰਿਵਾਰ ਵੱਲੋਂ ਤਾਂ ਇਹ ਕੋਈ ਫੈਸਲਾ ਲਿਆ ਜਾਵੇਗਾ ਵੱਡਾ ਇਸ 'ਤੇ ਜੀ? ਹਾਂਜੀ ਵੀਰ ਜੀ ਫੈਸਲਾ ਲਵਾਂਗੇ ਵੱਡੇ ਤੋਂ ਵੱਡਾ। ਫਿਰ ਜਦੋਂ ਨਹੀਂ ਛੱਡਣੇ ਨੇ ਫਿਰ ਸਾਰਿਆਂ ਨੂੰ, ਜਿਹੜੇ ਅੰਦਰ ਬੈਠੇ ਨੇ ਵੀਰ ਵਿਚਾਰੇ ਜੇਲ੍ਹਾਂ 'ਚ ਡਟੇ ਹੋਏ ਬੈਠੇ ਨੇ, ਜਿਨ੍ਹਾਂ ਦੀ ਪੂਰੀ ਹੋ ਗਈ ਜੇਲ੍ਹ ਸਜ਼ਾ ਵੀ ਪੂਰੀ ਹੋ ਗਈ, ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਸਕਦਾ। ਫਿਰ ਉਹਨਾਂ ਨੂੰ ਵੀ ਛੱਡਣ ਵੀਰ ਜੀ। ਉਹ ਜਿਨ੍ਹਾਂ ਨੇ ਕਤਲ ਕੀਤਾ ਸੀਗਾ ਮੇਰੇ ਭਰਾ ਦਾ, ਮਾਰਿਆ ਤੀ ਨਿਰਦੋਸ਼ ਬੰਦਾ ਚੱਕ ਕੇ, ਉਹਨਾਂ ਦੀ ਸਜ਼ਾ ਮਾਫ ਕਰਤੀ। ਅਸੀਂ ਇੱਥੇ ਬੈਠੇ ਹਾਂ 26 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਫਿਰਦੇ ਹਾਂ ਵੀਰ ਜੀ। ਧੱਕੇ ਹੀ ਹੁੰਦੇ ਨੇ ਵੀਰ ਜੀ, ਇਹ ਹੋਰ ਕੀ ਹੁੰਦਾ। ਜ਼ਿੰਦਗੀ ਟਾਈਮ ਪਾਸ ਤਾਂ ਕਰਨਾ ਹੀ ਪੈਂਦਾ ਨਾ। ਸੋ ਇਹ ਸਨ ਹਰਜੀਤ ਜੀ ਦੇ ਭੈਣ ਜੀ, ਜਿਨ੍ਹਾਂ ਨੇ ਸਾਰੀ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਘਰ ਤੋਂ ਚੱਕਿਆ ਗਿਆ ਤੇ ਅੱਜ ਵੀ ਉਹ ਆਪਣੇ ਵੀਰ ਦੇ ਲਈ ਅਰਦਾਸ ਕਰਦੇ ਕਿ ਕਾਸ਼ ਉਹ ਸਾਡੇ ਕੋਲੇ ਹੁੰਦੇ ਤੇ ਅੱਜ ਸਾਡੇ ਦੇ ਵਿੱਚ ਹੱਸਦੇ ਖੇਡਦੇ ਹੁੰਦੇ। ਤੇ ਇਦਾਂ ਹੀ ਉਹ ਸੋਚਦੇ ਨੇ ਕਿ ਕਿੰਨੇ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ ਦੇ ਵਿੱਚ ਝੂਠਿਆਂ ਨੇ ਸ਼ਹੀਦ ਕਰ ਦਿੱਤਾ ਸੀ। ਨਾਲ ਹੀ ਦੂਸਰੇ ਪਾਸੇ ਇੱਕ ਆਪਾਂ ਕਾਲੇ ਦੌਰ ਦੇ ਵਿੱਚ ਦੇਖਦੇ ਹਾਂ ਕਿ ਕਾਲੇ ਦੌਰ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਤੇ ਉੱਥੇ ਹੀ ਅੱਜ ਜਿਹੜਾ ਹੈਗਾ ਸੀ ਫਰੀਦਕੋਟ ਦੇ ਵਿੱਚ ਜਿਹੜਾ ਹੈਗਾ ਜਸਪਾਲ ਸਿੰਘ ਉਹਨਾਂ ਨੂੰ ਚੱਕ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਉਹ ਹਲੇ ਵੀ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਕੀ ਨਹੀਂ ਹੋਇਆ। ਉਸ ਮਾਮਲੇ ਨੂੰ ਵੀ ਰਫਾ ਦਫਾ ਕਰ ਦਿੱਤਾ ਗਿਆ। ਇਹ ਸਰਕਾਰਾਂ ਦੇ ਕੰਮ ਨੇ ਤੇ ਸਰਕਾਰਾਂ ਆਪਣੇ ਆਪ ਹੁਦਰੇ ਫੈਸਲੇ ਜਿਹੜੇ ਲੈ ਕੇ ਕਰ ਰਹੀਆਂ ਨੇ। ਸੋ ਅੱਗੇ ਕੀ ਰਣਨੀਤੀ ਹੁੰਦੀ ਹੈ ਪਰਿਵਾਰ ਦੀ, ਸਾਰੇ ਜੋ ਵੀ ਹੋਏਗੀ ਅਸੀਂ ਉਹ ਚੀਜ਼ ਨੂੰ ਆਪ ਦੇ ਨਾਲ ਕੰਟੈਕਟ ਦੇ ਵਿੱਚ ਰਹਿ ਕੇ ਦਿਖਾਉਂਦੇ ਰਹਾਂਗੇ। ਸੋ ਇੱਥੇ ਹੀ ਸਾਂਝੇ ਰੂਪ ਦੇ ਵਿੱਚ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਹਰਜੀਤ ਦੀ ਪਰਿਵਾਰਕ ਮੈਂਬਰ ਜਿਹੜੇ ਕਿ ਪਿੰਡ ਸਹਾਰਨ ਮਾਜਰਾ ਦੇ ਵਿੱਚ ਰਹਿੰਦੇ ਸੀ। ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਉਹਨਾਂ ਦੀ ਮਾਤਾ ਜੀ ਸੀ ਜਿਹੜੇ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਜਿਹੜੇ ਪਿਤਾ ਜੀ ਨੇ ਉਹ ਆਪਣੀ ਬੇਟੀ ਦੇ ਕੋਲ ਪਿੰਡ ਘਲੋਟੀ ਦੇ ਵਿੱਚ ਰਹਿੰਦੇ ਆ। ਹੁਣ ਅਸੀਂ ਪਿੰਡ ਘਲੋਟੀ ਤੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜੋ ਵੀ ਗੱਲਬਾਤ ਸੀ ਸਾਰੀ ਆਪ ਜੀ ਦੇ ਰੂਬਰੂ ਰੱਖੀ ਆ। ਆਪ ਜੀ ਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਇਹ ਵੀ ਜ਼ਰੂਰ ਚਾਨਣਾ ਪਾਉਣਾ। ਉੱਥੇ ਇੱਕ ਸਰਕਾਰਾਂ ਦੇ ਸਵਾਲ ਉੱਠਦਾ ਕਿ ਅੱਜ ਜੇ ਸਰਕਾਰਾਂ ਇਹਨਾਂ ਦੋਸ਼ੀਆਂ ਨੂੰ ਮਾਫ ਕਰ ਸਕਦੀਆਂ ਨੇ ਜਿਨ੍ਹਾਂ ਨੇ ਕੋਈ ਸਜ਼ਾ, ਜਿਨ੍ਹਾਂ ਦੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਉਮਰ ਕੈਦ ਦੀ ਸਜ਼ਾ ਵੀ ਮਾਫ ਕੀਤੀ ਜਾ ਸਕਦੀ ਹੈ। ਉੱਥੇ ਇੱਕ ਸੋਚਣਾ ਬਣਦਾ ਕਿ ਜਿੱਦਾਂ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ, ਸਿੱਖ ਕੈਦੀ ਨੇ ਜਿਹੜੇ ਹੈਗੇ ਨੇ, ਉਹਨਾਂ ਨੂੰ ਚਾਹੇ ਪੰਜਾਬ ਦੀਆਂ ਜੇਲ੍ਹਾਂ ਤੋਂ ਬਾਹਰ ਬੰਦ ਨੇ, ਉਹਨਾਂ ਨੂੰ ਵੀ ਰਿਹਾ ਕੀਤਾ ਜਾ ਸਕਦਾ ਜੇ ਪੰਜਾਬ ਸਰਕਾਰ ਚਾਹਵੇ। ਪਰ ਰੌਲਾ ਇੱਥੇ ਹੀ ਉੱਠਦਾ ਕਿ ਬਰਗਾੜੀ ਮੋਰਚੇ ਨੂੰ ਵੀ ਉਠਾ ਦਿੱਤਾ ਗਿਆ ਸੀ, ਪਰ ਬਰਗਾੜੀ ਮੋਰਚੇ ਤੋਂ ਬਾਅਦ ਵੀ ਪਤਾ ਨਹੀਂ ਲੱਗਿਆ ਕਿ ਉਹਨਾਂ ਬੰਦੀ ਸਿੱਖਾਂ ਨੂੰ ਰਿਹਾ ਕੀਤਾ ਜਾਊਗਾ ਕਿ ਨਹੀਂ ਕੀਤਾ ਜਾਊਗਾ। ਹੁਣ ਸੋਚਣ ਵਾਲੀ ਗੱਲ ਹੀ ਬਣਦੀ ਹੈ ਕਿ ਇਹਨਾਂ ਨੂੰ ਰਿਹਾ ਕੀਤਾ ਜਾਏਗਾ ਕਿ ਨਹੀਂ ਕੀਤਾ ਜਾਏਗਾ। ਜੇ ਪੰਜਾਬ ਸਰਕਾਰ ਇਹਨਾਂ ਦੀ ਰਿਹਾਈ ਲਈ ਪਟੀਸ਼ਨ ਪਾ ਸਕਦੀ ਹੈ, ਅਪੀਲ ਕਰ ਸਕਦੀ ਹੈ ਪੰਜਾਬ ਦੇ ਰਾਜਪਾਲ ਕੋਲੋਂ, ਇੱਕ ਹੋਰਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਕਿਉਂ ਨਹੀਂ ਕੀਤੀ ਜਾ ਸਕਦੀ ਰਹੀ। ਤੇ ਦੂਸਰੀ ਗੱਲ ਇੱਥੇ ਵੀ ਇਹ ਵੀ ਅੱਗੇ ਵਿਉਂਤਬੰਦੀ ਕਈ ਬਣੀ ਜਾਂਦੀ ਹੈ ਕੇਸ ਦੇ ਵਿੱਚ। ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਜਾਰੀ ਰੱਖਾਂਗੇ। ਅੱਗੇ ਤੋਂ ਹੋਰ ਵੀ ਅਪਡੇਟ ਤੁਹਾਨੂੰ ਸਿੱਖ ਚੈਨਲ ਦੇ ਜ਼ਰੀਏ ਪਹੁੰਚਦੀ ਕਰਦੀ ਰਹਾਂਗੇ। ਸੋ ਇੱਥੇ ਹੀ ਸਾਂਝੇ ਰੂਪ ਦੇ ਵਿੱਚ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।